नमस्कार, सलाम, सत श्री अकाल, याली मदद, हेलो टू कनाडा। आप सबका स्वागत है हमारे प्रोग्राम कैलगरी फोकस में। ये प्रोग्राम आप देखते हैं हमारे अपने फेवरेट टीवी चैनल पंजाबी नेशनल पर। मैं आपका होस्ट, आपका दोस्त अमृत बरार आपका स्वागत करता हूं अपने इस प्रोग्राम में और आशा करता हूं कि लास्ट वीक आपका बहुत बढ़िया गया होगा, खुशियों से भरा गया होगा, सेहत से भरा गया होगा। इस समय पूरी दुनिया में फेस्टिवल का माहौल है, दिवाली आने वाली है, इसलिए हमारी पूरी टीम की तरफ से आपको दिवाली की शुभकामनाएं। दिवाली के साथ साथ और कुछ जो घटनाएं इस समय पूरी दुनिया में घट रही हैं, उसमें कोरोना एक अगेन मेजर रोल प्ले अदा कर रहा है, क्योंकि अभी भी कोरोना गया नहीं है और ये कब जाएगा इसका कोई आइडिया नहीं। लेकिन फिर भी प्लीज़ आप वैक्सीनेशन लगवाएं और अपने आप को और अपने माशरे को सुरक्षित करें। अगर हम सुरक्षा की बात करें तो दुनिया में इंसान की ज़िंदगी का कोई भरोसा नहीं, इंसान की लाइफ का कोई भरोसा नहीं, उनकी जो उनका मैं कह सकता हूँ लाइफ स्टाइल है उसका कोई भरोसा नहीं, उनकी बॉडी का कोई भरोसा नहीं, कब कहाँ क्या चीज़ फेल हो जाए कुछ उसका हमें पता नहीं रहता। कुछ पिछले दिनों में हमने ऐसी डेथ्स देखी हैं जो 40-42 साल के लड़के कार्डियक अरेस्ट से उनकी डेथ हो गई, स्ट्रेस से डेथ हो गई, लोगों ने सुसाइड तक कर लिया स्ट्रेस की वजह से। सो देयर आर मेनी थिंग्स विच इम्पैक्ट ऑन यू। तो उसके लिए एक बहुत ही अच्छा प्रोडक्ट, एक बहुत ही अच्छी मैं कह सकता हूँ हमारे पास एक सुरक्षा कवर हम उसको ले सकते हैं जिसको इंश्योरेंस कहा जाता है। और कैलगरी में एक बहुत जाना माना नाम है जो हमें इसके बारे में बहुत कुछ बता सकता है रादर, जो कि स्पेशलिस्ट हैं इस फील्ड में। आइए मिलकर स्वागत करते हैं हमारे अपने हरपिंदर सिद्धू जी का। पाजी बहुत बहुत स्वागत। थैंक यू अमृत जी एंड सारे व्यूअर्स ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਤੇ ਬਾਕੀ ਜਿਹੜੇ ਇੰਟਰਨੈਸ਼ਨਲ व्यूअर्स ਨੇ ਉਹਨਾਂ ਦੇ ਟਾਈਮ ਦੇ ਅਕੋਰਡਿੰਗ ਗੁੱਡ ਮਾਰਨਿੰਗ, ਗੁੱਡ ਈਵਨਿੰਗ ਐਂਡ ਨਮਸਤੇ। ਭਾਜੀ ਆਪਾਂ ਪੰਜਾਬੀ 'ਚ ਗੱਲ ਕਰਾਂਗੇ। ਹਿੰਦੀ ਮੇਰੀ ਬਹੁਤ ਟਾਈਟ ਹੈ। ਸ਼ੁਰੂਆਤ ਹਿੰਦੀ ਤੋਂ ਕੀਤੀ ਕਿਉਂਕਿ ਸਾਡਾ ਜਿਹੜਾ ਪ੍ਰੋਗਰਾਮ ਹੈਗਾ ਉਹ ਮਿਕਸ ਸਾਰੇ ਲੋਕ ਸੁਣਦੇ ਹੈਗੇ ਆ, ਤੇ ਠੀਕ ਆਪਾਂ ਦੋਨੋਂ ਲੈਂਗੁਏਜ ਮਿਕਸ ਕਰਕੇ ਚੱਲਦੇ ਹਾਂ। ਭਾਜੀ ਆਪਾਂ ਜਿਵੇਂ ਹੁਣੀ ਮੈਂ ਲਿਸਨਰਸ ਨਾਲ ਗੱਲ ਕਰ ਰਿਹਾ ਸੀਗਾ, ਜ਼ਿੰਦਗੀ ਦਾ ਕੁਝ ਪਤਾ ਨਹੀਂ ਹੁੰਦਾ, ਕਦ ਕਿਹੜਾ ਮੋੜ ਆ ਜਾਏ ਤੇ ਅਸੀਂ ਕਿੱਥੇ ਸਾਹਮਣੇ ਖੜੇ ਹੋਈਏ। ਲਾਈਫ ਕਦ ਅੱਜ ਕੱਲ੍ਹ ਚੇਂਜ ਹੋ ਜਾਂਦੀ ਹੈ, ਇਟ ਟੇਕਸ ਫਿਊ ਸੈਕਿੰਡਸ। ਆਪਾਂ ਜੇ ਬਹੁਤ ਹੀ ਡਰਾਸਟਿਕ ਗੱਲ ਕਰੀਏ ਕਿ ਇੱਕ ਬੰਦਾ ਸਾਡੀ ਜਾਂ ਕਿਸੇ ਦੀ ਫੈਮਿਲੀ 'ਚ ਚਲਾ ਗਿਆ, ਲੇਕਿਨ ਉਹ ਤਾਂ ਚਲਾ ਗਿਆ, ਪਿੱਛੇ ਜਿਹੜੀ ਫੈਮਿਲੀ ਹੈਗੀ ਆ ਉਹ ਉਸ ਨੂੰ ਸਫਰ ਕਰਦੀ ਹੈ। ਹਾਂਜੀ, ਉਹਦੀ ਕਮੀ ਕੋਈ ਪੈਸਾ ਲੱਤਾ ਪੂਰਾ ਨਹੀਂ ਕਰ ਸਕਦਾ ਜਿਹੜਾ ਬੰਦਾ ਚਲਾ ਗਿਆ, ਲੇਕਿਨ ਫਿਰ ਵੀ ਇੱਕ ਬੈਕ ਆਫ ਮਾਈਂਡ ਇੱਕ ਅਸ਼ੋਰੈਂਸ ਹੁੰਦੀ ਹੈ ਕਿ ਜੇ ਸਾਡੇ ਕੋਲ ਇੰਸ਼ੋਰੈਂਸ ਹੁੰਦੀ, ਹਾਂਜੀ ਕਿਉਂਕਿ ਇੰਸ਼ੋਰੈਂਸ ਹੀ ਵਰਡ ਆਉਂਦਾ ਹੋਏਗਾ, ਜੇ ਸਾਡੇ ਕੋਲ ਇਸ ਪਰਟੀਕੂਲਰ ਚੀਜ਼ ਦੀ ਇੰਸ਼ੋਰੈਂਸ ਹੁੰਦੀ ਤਾਂ ਅੱਜ ਅਸੀਂ ਥੋੜ੍ਹੇ ਜਿਹੇ ਸੌਖੇ ਹੋ ਜਾਂਦੇ, ਕਿਉਂਕਿ ਬੰਦੇ ਦੀ ਕਮੀ ਪੂਰੀ ਨਹੀਂ ਹੋਈ, ਲੇਕਿਨ ਮੇ ਬੀ ਉਹ ਬੰਦਾ ਜਿਹੜਾ ਬ੍ਰੈਡ ਅਰਨਰ ਸੀਗਾ ਅਸੀਂ ਕਮੀ ਇਸ ਤਰ੍ਹਾਂ ਪੂਰੀ ਕਰ ਲੈਂਦੇ ਥੋੜ੍ਹੀ ਬਹੁਤ, ਰਾਈਟ। ਬਿਲਕੁਲ। ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ, ਇੱਕ ਫੈਮਿਲੀ ਹੈਗੀ ਜਿੱਥੇ ਹਸਬੈਂਡ ਵਾਈਫ ਹੈਗੇ ਨੇ। ਹਾਂਜੀ, ਹਸਬੈਂਡ ਇਜ਼ ਅ ਸੋਲ ਬ੍ਰੈਡ ਅਰਨਰ, ਹਸਬੈਂਡ ਦੀ ਡੈਥ ਹੋ ਗਈ ਤੇ ਹੁਣ ਜਿਹੜੀ ਉਹ ਲੇਡੀ ਹੈ, ਬੱਚੇ ਉਹ ਕੀ ਕਰਨਗੇ, ਉੱਥੇ ਇੰਸ਼ੋਰੈਂਸ ਕੰਮ ਆਉਂਦੀ ਹੈਗੀ ਹੈ। ਮੈਂ ਤੁਹਾਡੇ ਤੋਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਜਦ ਇਸ ਕੰਟਰੀ 'ਚ ਆਏ, ਬੈਕ ਇੰਡੀਆ ਤੋਂ ਤੁਸੀਂ ਇਹ ਐਕਸਪੀਰੀਅੰਸ ਲੈ ਕੇ ਆਏ ਸੀ ਇੰਸ਼ੋਰੈਂਸ ਦਾ, ਕਿ ਇੱਥੋਂ ਆ ਕੇ ਸਾਰਾ ਕੁਝ ਕੀਤਾ? ਹਾਂਜੀ ਬਿਲਕੁਲ, ਇੱਥੇ ਆ ਕੇ ਹੀ ਸਾਰਾ ਕੁਝ ਸਿੱਖਿਆ। ਅੱਛਾ। ਬੈਕ ਇੰਡੀਆ ਤੋਂ ਮੈਂ ਬੀਟੈਕ ਇੰਜੀਨੀਅਰਿੰਗ ਦੀ ਸਟੱਡੀ ਕੀਤੀ ਹੋਈ ਹੈ। ਕਿਆ ਬਾਤ। ਤੇ ਪਰ ਇੱਥੇ ਆ ਕੇ ਜਿਵੇਂ ਆਪਾਂ ਅਲੱਗ-ਅਲੱਗ ਆਪਸ਼ਨਸ ਦੇਖਦੇ ਹਾਂ ਜੀ, ਤਾਂ ਦੇਖਦੇ ਲਾਈਫ ਇੰਸ਼ੋਰੈਂਸ ਫਾਈਨੈਂਸ਼ੀਅਲ ਫੀਲਡ ਦੇ ਵਿੱਚ ਮੇਰਾ ਇੰਟਰਸਟ ਬਣਿਆ ਜੀ, ਤੇ ਹੌਲੀ ਹੌਲੀ ਇਸ ਸਾਈਡ ਤਰੱਕੀ ਹੁੰਦੀ ਗਈ ਜੀ। ਆਪਣੀ ਕਮਿਊਨਿਟੀ ਨੇ ਬਹੁਤ ਸਪੋਰਟ ਕੀਤਾ, ਪਰਮਾਤਮਾ ਦੀ ਬਹੁਤ ਸਪੋਰਟ ਰਹੀ ਜੀ, ਕਹਿ ਲਈਏ ਕਿ ਐਂਡ ਮੇਰੇ ਦੇਖਣ ਦੇ ਵਿੱਚ ਇਹ ਆਇਆ ਕਿ ਖਾਸ ਕਰਕੇ ਆਪਾਂ ਜਿਵੇਂ ਕੈਨੇਡਾ ਦੀ ਗੱਲ ਕਰਦੇ ਹਾਂ ਜੀ, ਇੱਥੇ ਇੰਸ਼ੋਰੈਂਸ ਬਹੁਤ ਇੰਪੋਰਟੈਂਟ ਆ ਜੀ, ਕਿਉਂਕਿ ਜੇ ਆਪਾਂ ਗੱਲ ਇੰਸ਼ੋਰੈਂਸ ਦੇ ਵਿਊ ਪੁਆਇੰਟ ਤੋਂ ਕਰਦੇ ਹਾਂ, ਸਭ ਤੋਂ ਪਹਿਲੀ ਗੱਲ ਤਾਂ ਆਪਾਂ ਇਹ ਆ ਕਿ ਲਾਈਫ ਇਜ਼ ਅਨਪ੍ਰੈਡਿਕਟੇਬਲ। ਐਗਜ਼ੈਕਟਲੀ। ਇਹਨੂੰ ਆਪਾਂ ਕੋਈ ਵੀ ਆਪਾਂ ਕੱਲ੍ਹ ਦੀ ਗਾਰੰਟੀ ਨਹੀਂ ਦੇ ਸਕਦੇ ਕਿਸੇ ਵੀ ਚੀਜ਼ ਦੀ, ਇਹਦਾ ਆਪਾਂ ਸਾਰੇ ਸਮਝਦੇ ਹਾਂ, ਹੈ ਨਾ। ਸੋ ਤਾਂ ਬੈਟਰ ਇਹ ਆ ਕਿ ਜਿਹੜੀਆਂ ਚੀਜ਼ਾਂ ਨਾਲ ਆਪਾਂ ਨੂੰ ਪ੍ਰੋਬਲਮ ਆ ਸਕੇ ਤੇ ਆਪਣੇ ਕੋਲ ਕੋਈ ਵੇ ਹੋਵੇ ਕਿ ਆਪਾਂ ਥੋੜ੍ਹਾ ਜਿਹਾ ਆਪਣਾ ਫਿਊਚਰ ਸਿਕਿਉਰ ਕਰ ਸਕੀਏ ਆਪਣੀ ਫੈਮਿਲੀ ਨੂੰ, ਤਾਂ ਇੰਸ਼ੋਰੈਂਸ ਬਹੁਤ ਵਧੀਆ ਰਸਤਾ ਹੈਗਾ। ਤਾਂ ਖਾਸ ਕਰਕੇ ਆਪਣੇ ਕੈਨੇਡਾ ਦੇ ਇਕਨੋਮਿਕ ਹਾਲਾਤਾਂ ਦੇ ਅਕੋਰਡਿੰਗ ਆਪਾਂ ਗੱਲ ਕਰੀਏ ਤਾਂ ਲਾਈਫ ਇੰਸ਼ੋਰੈਂਸ ਐਜ਼ ਕੰਪੇਅਰ ਟੂ ਮਤਲਬ ਹਰ ਕਿਤੇ ਹੀ ਇੰਪੋਰਟੈਂਟ ਹੈ, ਇਹ ਨਹੀਂ,
ਮੈਂ ਕਹੂੰਗਾ। ਬਟ ਜੇ ਆਪਾਂ ਕੈਨੇਡੀਅਨ ਕਲਚਰ ਕੈਨੇਡੀਅਨ ਸੁਸਾਇਟੀ ਦੇ ਅਕੋਰਡਿੰਗ ਚੱਲਦੇ ਹਾਂ ਤਾਂ ਆਪਣੀ ਇੰਪੋਰਟੈਂਸ ਜ਼ਿਆਦਾ ਵੱਧ ਜਾਂਦੀ ਹੈ ਜੀ। ਰੀਜ਼ਨ ਬੀਇੰਗ, ਹੁਣ ਜੇ ਆਪਾਂ ਐਗਜ਼ਾਮਪਲ ਗੱਲ ਕਰਦੇ ਹਾਂ ਕਿ ਕੋਈ ਇੱਕ ਫੈਮਿਲੀ ਇੰਡੀਆ ਦੇ ਵਿੱਚ ਆ ਜੀ, ਹੁਣ ਆਪਾਂ ਜਨਰਲ ਗੱਲ ਕਰਦੇ ਹਾਂ ਇੰਡੀਆ ਦੇ ਵਿੱਚ ਆਪਣੇ ਘਰ ਫ੍ਰੀ ਹੁੰਦੇ ਨੇ ਕਿਉਂਕਿ ਐਨਸੈਸਟਰਲ ਹੁੰਦੇ ਨੇ, ਹੈ ਨਾ, ਕੋਈ ਲੋਨ ਮੋਸਟਲੀ ਨਹੀਂ ਹੁੰਦੇ। ਇੱਕ ਪਿਛਲੇ ਟਾਈਮ ਦੇ ਵਿੱਚ ਚਲੋ ਹੁਣ ਥੋੜੀ ਘਟ ਗਿਆ, ਪਰ ਗਵਰਨਮੈਂਟ ਜੌਬਸ ਹੁੰਦੀਆਂ ਸੀ ਜ਼ਿਆਦਾ, ਫਾਈਨੈਂਸ਼ੀਅਲ ਸਿਕਿਉਰਿਟੀ ਗਵਰਨਮੈਂਟ ਤੋਂ ਬੜੀ ਮਿਲ ਜਾਂਦੀ ਸੀਗੀ। ਹੁਣ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਹਾਂ ਕਿਸੇ ਪਰਸਨ ਦੀ ਜੌਬ ਡਿਊਰਿੰਗ ਜੌਬ ਗਵਰਨਮੈਂਟ ਜੌਬ ਤੇ ਜੇ ਡੈਥ ਹੋ ਜਾਂਦੀ ਸੀਗੀ ਤਾਂ ਉਹਨਾਂ ਦੇ ਕਿਸੇ ਫੈਮਿਲੀ ਮੈਂਬਰ ਨੂੰ ਸੇਮ ਜੌਬ ਮਿਲ ਜਾਂਦੀ ਸੀ ਜੀ। ਇਹ ਕਾਮਨ ਹੁੰਦਾ ਸੀ ਇੰਡੀਆ ਦੇ ਵਿੱਚ, ਹੈ ਨਾ। ਜਾਂ ਜੇ ਕੋਈ ਐਗਰੀਕਲਚਰ ਬੈਕਗਰਾਊਂਡ ਤੋਂ ਆ ਤਾਂ ਚਲੋ ਜ਼ਮੀਨ ਹੈਗੀ ਆ ਜੀ, ਤਾਂ ਐਟਲੀਸਟ ਇਹ ਆ। ਤੇ ਦੂਸਰੀ ਗੱਲ ਆ ਖਰਚੇ ਘੱਟ ਜੀ। ਹੁਣ ਆਪਾਂ ਇੱਥੋਂ ਦੇ ਕਲਚਰ ਦੇ ਵਿੱਚ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਆਪਣੇ ਐਕਸਪੈਂਸਿਸ ਬਹੁਤ ਨੇ। ਬਿਲਕੁਲ, ਜਿਵੇਂ ਐਗਜ਼ਾਮਪਲ ਸਭ ਤੋਂ ਵੱਡਾ ਐਕਸਪੈਂਸ ਹੈ ਮੌਰਗੇਜ ਜੀ। ਆਪਣੀ ਇਨਕਮ ਦਾ ਅਪਰੋਕਸੀਮੇਟਲੀ 30 ਤੋਂ 40% ਮਤਲਬ ਮੌਰਗੇਜ ਹਾਊਸਿੰਗ ਦੇ ਵਿੱਚ ਚਲਿਆ ਜਾਂਦਾ ਜੀ। ਪ੍ਰੋਪਰਟੀ ਟੈਕਸਸ ਇੰਸ਼ੋਰੈਂਸ ਮਿਲਾ ਕੇ ਜੇ ਆਪਾਂ ਗੱਲ ਕਰੀਏ ਐਵਰੇਜ ਆ ਇਹ, ਮੰਨ ਲਓ ਕਿ ਕਿਸੇ ਲਈ ਘੱਟ ਕਿਸੇ ਲਈ ਵੱਧ, ਪਰ ਐਵਰੇਜ ਨਵੇਂ ਇਮੀਗ੍ਰੈਂਟਸ ਲਈ ਇਹ ਫਿਗਰ ਹੈਗੀ ਆ ਜੀ। ਫਿਰ ਉਸ ਤੋਂ ਅੱਗੇ ਜੇ ਆਪਾਂ ਇੱਥੇ ਹੁਣ ਆਪਾਂ ਨੂੰ ਕਾਰਾਂ ਵੀ ਸਾਰੇ ਫੈਮਿਲੀ ਮੈਂਬਰਸ ਨੇ ਜਿੰਨਿਆਂ ਨੇ ਕੰਮ ਤੇ ਜਾਣਾ, ਕਾਰਾਂ ਵੀ ਚਾਹੀਦੀਆਂ, ਲਗਜ਼ਰੀ ਨਹੀਂ ਨੈਸੈਸਿਟੀ ਜੀ, ਕਿ ਇੱਥੇ ਤਾਂ ਕੋਈ ਹੋਰ ਚੁਆਇਸ ਹੀ ਨਹੀਂ ਸਾਡੇ ਕੋਲੇ ਜੀ। ਫਿਰ ਉਹ ਕਾਰਾਂ ਦੀ ਇੰਸ਼ੋਰੈਂਸ ਵੀ ਹੈ, ਉਹਨਾਂ ਦੀ ਰਿਪੇਅਰ ਵੀ ਆ, ਮੇਨਟੇਨ ਜੋ ਵੀ ਹੈ ਖਰਚੇ, ਹੈ ਨਾ। ਫਿਰ ਉਸ ਤੋਂ ਅੱਗੇ ਜਦੋਂ ਆਪਾਂ ਐਜੂਕੇਸ਼ਨ ਦੇ ਵਿੱਚ ਬੱਚਿਆਂ ਲਈ ਗੱਲ ਕਰਦੇ ਹਾਂ ਜੀ, ਹੁਣ ਬੱਚਿਆਂ ਦੀ ਜੇ ਆਪਾਂ ਦੇਖੀਏ 12th ਗ੍ਰੇਡ ਤੱਕ ਤਾਂ ਐਜੂਕੇਸ਼ਨ ਆਪਣੇ ਪਬਲਿਕ ਸਿਸਟਮ ਆ ਬਹੁਤ ਵਧੀਆ, ਆਪਾਂ ਨੂੰ ਫ੍ਰੀ ਆ। ਬਟ ਜਦੋਂ 12th ਗ੍ਰੇਡ ਹੋਊਗੀ, ਹੁਣ ਕਿਸੇ ਬੱਚੇ ਨੇ ਕਿਸੇ ਅੱਗੇ ਕਰੀਅਰ ਦੇ ਵਿੱਚ ਜਾਣਾ ਤਾਂ ਬਹੁਤ ਮਹਿੰਗਾ। ਹੁਣ ਆਪਾਂ ਸਾਰੇ ਸਮਝਦੇ ਹਾਂ ਇੱਥੇ ਯੂਨੀਵਰਸਿਟੀ ਦੀਆਂ ਫੀਸਿਸ ਬਹੁਤ ਜ਼ਿਆਦਾ ਨੇ। ਫਿਰ ਦੂਸਰੀ ਕੀ ਹੁੰਦਾ ਕਿ ਕਈ ਵਾਰੀ ਬੱਚੇ ਨੂੰ ਉਹ ਸੇਮ ਸਿਟੀ ਆਪਣੇ ਐਡਮਿਸ਼ਨ ਨਹੀਂ ਮਿਲਦੀ ਉਹ ਜੋ ਚਾਹੁੰਦਾ ਕਰਨਾ ਜੀ। ਬਿਲਕੁਲ, ਹੁਣ ਜੇ ਬੱਚੇ ਨੇ ਕੈਲਗਰੀ ਤੋਂ ਟੋਰਾਂਟੋ ਜਾ ਕੇ ਪੜ੍ਹਨਾ, ਖਰਚਾ ਡਬਲ ਹੋ ਗਿਆ ਕਿਉਂਕਿ ਉੱਥੇ ਰਹਿਣਾ ਵੀ ਪੈਣਾ। ਬਿਲਕੁਲ, ਖਾਣ ਪੀਣ ਦਾ ਵੀ ਸਾਰੇ ਗਰੋਸਰੀ ਸਾਰਾ ਡਬਲ ਹੋ ਜਾਣਾ, ਰੈਂਟ ਹੋ ਗਿਆ ਬੜਾ ਮਤਲਬ ਮਹਿੰਗਾ ਹੋ ਜਾਣਾ। ਬਿਲਕੁਲ, ਸੋ ਉਹਦੇ ਕਰਕੇ ਕੀ ਹੈ ਕਿ ਜੇ ਆਪਾਂ ਇੱਥੇ ਦੀ ਸੁਸਾਇਟੀ ਦੇਖੀਏ ਕਿ ਜੇ ਬਾਈ ਚਾਂਸ ਜਿਹੜਾ ਮੇਨ ਅਰਨਿੰਗ ਮੈਂਬਰ ਹੈ, ਯੂਜ਼ਲੀ ਆਪਾਂ ਮੇਲ ਕਹਿੰਦੇ ਆ, ਪਰ ਕੈਨੇਡੀਅਨ ਕਲਚਰ ਚਲੋ ਆਪਾਂ ਦੋਨੇ ਹੀ ਕਹਿੰਦੇ ਆ ਕਿ ਹਸਬੈਂਡ ਵਾਈਫ ਯੂਜ਼ਲੀ ਕੰਮ ਕਰਦੇ ਨੇ ਮੋਸਟ ਸਿਨੈਰੀਓਜ਼ 'ਚ, ਤਾਂ ਕਿਸੇ ਵੀ ਇੱਕ ਜਾਣੇ ਨੂੰ ਕੁਛ ਹੋ ਜਾਂਦਾ ਤਾਂ ਉਹ ਘਰ ਦੀ ਫਾਈਨੈਂਸ਼ੀਅਲ ਹਾਲਾਤ ਹਿੱਲ ਜਾਂਦੀ। ਬਿਲਕੁਲ ਹਿੱਲ ਜਾਂਦੇ ਆ, ਪਹਿਲੀ ਗੱਲ। ਦੂਸਰਾ ਜਿਹੜਾ ਸਪਾਊਸ ਹੈ, ਮਤਲਬ ਜਿਵੇਂ ਮੈਂ ਐਗਜ਼ਾਮਪਲ ਦੇਵਾਂਗਾ ਕਿ ਮੇਰੇ ਕਲਾਇੰਟ ਸੀਗੇ ਇੱਕ 42 ਈਅਰ ਓਲਡ ਮੇਲ ਸੀਗੇ ਹੈਲਦੀ, ਜਦੋਂ ਉਹਨਾਂ ਦੀ ਡੈਥ ਹੋਈ। ਮੈਂ 2 ਸਾਲ ਪਹਿਲਾਂ 40 ਈਅਰ 'ਤੇ ਉਹਨਾਂ ਦੀ ਇੰਸ਼ੋਰੈਂਸ ਕੀਤੀ ਜੀ। ਹੁਣ ਉਹਨਾਂ ਦੇ 2 ਬੱਚੇ ਸੀਗੇ ਛੋਟੇ, ਮਾਈਨਰ ਸੀਗੇ ਦੋਨੇ ਬੱਚੇ, ਅਤੇ ਮੌਰਗੇਜ ਸੀਗੀ 5 ਲੱਖ ਦੇ ਨੇੜੇ ਤੇੜ। ਹੁਣ ਉਹ ਅਚਾਨਕ ਹਸਬੈਂਡ ਦੀ ਡੈਥ ਹੋ ਗਈ। ਹੁਣ ਉਹ ਵਾਈਫ ਕੋਲੇ ਕੁਐਸਚਨ ਆ ਕਿ ਉਹਦੀ ਇੰਨੀ ਇਨਕਮ ਨਹੀਂ ਕਿ ਉਹ 5 ਲੱਖ ਦੀ ਮੌਰਗੇਜ ਦੀ ਕਿਸ਼ਤ ਪੇ ਕਰ ਸਕੇ ਜੀ। ਫਿਰ ਉਹ ਚਲੋ ਕੰਮ ਜ਼ਿਆਦਾ ਕਰ ਲੇਗੀ, ਬਟ ਫਿਰ ਬੱਚੇ ਕਿੱਥੇ ਰਹਿਣ ਜੀ, ਕਿਉਂਕਿ ਕਿੱਥੇ ਦਾ ਹਸਬੈਂਡ ਵਾਈਫ। ਇੱਥੇ ਕਈ ਵਾਰੀ ਆਪਣਾ ਕੈਨੇਡੀਅਨ ਕਲਚਰ ਆ ਵੀ ਵਾਈਫ ਕਈ ਵਾਰੀ ਕੋਈ ਇੱਕ ਜਾਣਾ ਦਿਨੇ ਕਰ ਲੈਂਦਾ, ਕੋਈ ਰਾਤ ਨੂੰ ਕਰ ਲੈਂਦਾ, ਕੋਈ ਸਵੇਰੇ ਬੱਚੇ ਛੱਡਿਆ, ਕੋਈ ਸ਼ਾਮ ਨੂੰ ਛੱਡਿਆ, ਮਤਲਬ ਚੱਕ ਲਏ, ਮਤਲਬ ਇੱਦਾਂ ਚੱਲਦਾ ਰਹਿੰਦਾ। ਪਰ ਜੇ ਹੈ ਹੀ ਇੱਕ ਬੰਦਾ ਉਹ ਕਿੱਥੇ ਕਿੱਥੇ ਹੋ ਜਾਊਗਾ ਜੀ। ਪਰ ਮਤਲਬ ਕਹਿ ਲਈਏ ਕਿ ਉਹਨਾਂ ਨੇ ਭਾਜੀ ਨੇ ਇੰਸ਼ੋਰੈਂਸ ਕਰਵਾਈ ਹੋਈ ਸੀਗੀ ਤਾਂ ਅਸੀਂ ਉਹਨਾਂ ਦੀ ਫੈਮਿਲੀ ਨੂੰ ਮਨੀ ਦੇਤੀ ਜੀ। ਹੁਣ ਐਟਲੀਸਟ ਇਹ ਆ ਕਿ ਵਾਈਫ ਕੰਮ ਵੀ ਘੱਟ ਕਰ ਸਕਦੀ ਆ ਤਾਂ ਉਹਦੇ ਕੋਲ ਕਿਉਂਕਿ ਮਨੀ ਆ ਤਾਂ ਉਹ ਬੱਚਿਆਂ ਵੱਲ ਟਾਈਮ ਵੀ ਦੇ ਸਕਦੀ ਹੈ। ਜਿਹੜੇ ਉਹਨਾਂ ਦੇ ਫਾਦਰ ਦੀ ਕਮੀ ਆ ਉਹ ਵੀ ਥੋੜ੍ਹੀ ਮਤਲਬ ਪੂਰੀ ਤਾਂ ਕਦੇ ਵੀ ਨਹੀਂ ਹੋ ਸਕਦੀ, ਪਰ ਚਲੋ ਜੋ ਬੱਚਿਆਂ ਦੀਆਂ ਨੀਡਸ ਆ ਕਿਸੇ ਹੱਦ ਤੱਕ ਉਹ ਮੀਟ ਕਰ ਸਕਦੀ ਹੈ ਜੀ। ਸੋ ਇੱਦਾਂ ਮਤਲਬ ਆਪਾਂ ਇੱਥੋਂ ਦੇ ਕਲਚਰ ਦੇ ਵਿੱਚ ਕਹਿ ਲਈਏ ਤਾਂ ਇੰਸ਼ੋਰੈਂਸ ਬਹੁਤ ਜ਼ਰੂਰੀ ਪਾਰਟ ਆ। ਸਿਕਿਉਰਿਟੀ ਤੁਸੀਂ ਗੱਲ ਕੀਤੀ ਭਾਜੀ, ਇੰਸ਼ੋਰੈਂਸ ਜੇ ਕਰੈਕਟ ਮੀ ਇਫ ਆਮ ਰੋਂਗ ਕਿ ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਹੈ ਤਾਂ ਉਹ ਕਿਸੇ ਨਾ ਕਿਸੇ ਵੇ ਨਾਲ ਤੁਹਾਨੂੰ ਸਿਕਿਉਰ ਕਰਦੀ ਹੈ। ਹਾਂਜੀ, ਚਾਹੇ ਉਹ ਕ੍ਰਿਟੀਕਲ ਇਲਨੈਸ ਹੋਏ, ਚਾਹੇ ਉਹ ਲਾਈਫ ਹੋਏ, ਚਾਹੇ ਉਹ ਬੱਚੇ ਦੀ RSP ਹੋਏ, लेकिन इंश्योरेंस एक ऐसा प्रोडक्ट है ਜਿਹੜਾ ਤੁਹਾਨੂੰ सिक्योर करता है एक पर्टिकुलर फील्ड, राइट? हाँ जी। हरपिंदर पाजी से बेटर सलाह हमें कौन दे पाएगा? ही इज़ एन एक्सपर्ट एंड एज यू से दैट ही सेड रादर कि इंजीनियरिंग करके ਇੱਥੇ ਆਏ ਤੇ ਇੱਥੇ ਆ ਕੇ ਇਹਨੇ ਦੇਖਿਆ ਕਿ ਕਿਵੇਂ ਕੈਨੇਡਾ ਦੀ ਲਾਈਫ ਜਿਹੜੀ ਹੈਗੀ ਇੰਸ਼ੋਰੈਂਸ ਜਿਹੜੀ ਸਿਕਿਉਰਿਟੀ ਹੈਗੀ ਹੈ ਬਹੁਤ ਇੰਪੋਰਟੈਂਟ ਫੈਕਟਰ ਹੈ। ਨਾਓ ਹੀ ਇਜ਼ ਡੂਇੰਗ ਫੈਬੂਲਸ ਐਂਡ ਹੀ ਇਜ਼ ਦੀ ਐਕਸਪਰਟ ਇਨ ਇੰਸ਼ੋਰੈਂਸ। ਭਾਜੀ ਮੈਂ ਕੁਝ ਡਾਟਾ ਲੈ ਕੇ ਆਇਆ ਤੇ ਆਪਾਂ ਗੱਲ ਕਰੀਏ ਕੁਝ ਇੰਸ਼ੋਰੈਂਸਿਸ ਜਿਹੜੇ ਬਹੁਤ ਇੰਪੋਰਟੈਂਟ ਹੈਗੀਆਂ ਨੇ, ਹੈਲਥ, ਕਾਰ, ਲਾਈਫ, ਹੋਮ ਓਨਰਸ, ਰਾਦਰ RESP ਜਿਹੜੀ ਹੈਗੀ ਆ। ਹਾਂਜੀ, ਹੁਣ ਭਾਜੀ ਜਿਹੜੇ ਬਹੁਤ ਲੋਕ ਨਵੇਂ ਇਮੀਗ੍ਰੈਂਟ ਇੱਥੇ ਆ ਰਹੇ ਨੇ, ਮੈਂ ਚਾਹੂੰਗਾ ਥੋੜ੍ਹਾ ਜਿਹਾ ਤੁਸੀਂ ਇਹ ਦੱਸੋ ਕਿ ਲੋਕਾਂ ਨੂੰ ਇਹ ਸਮਝ ਆ ਜਾਂਦਾ ਹੈਗਾ ਕਿ ਯਾਰ ਆਪਾਂ ਘਰ ਦੀ ਇੰਸ਼ੋਰੈਂਸ ਲੈ ਲਈ, ਦੈਟ ਇਜ਼ ਦੇਅਰ, ਗੱਡੀ ਦੀ ਇੰਸ਼ੋਰੈਂਸ ਹੈਗੀ ਹੈ, ਲੋਕਾਂ ਨੂੰ
ਵਾਕਈ ਨਹੀਂ ਸਮਝ ਆਉਂਦਾ ਕਿ RESP ਹੈਗੀ ਕੀ, ਐਸਪੈਸ਼ਲੀ ਬੱਚਿਆਂ ਵਾਸਤੇ ਜਿਸ ਤਰ੍ਹਾਂ ਗੱਲ ਕੀਤੀ, ਇਹ ਕਿਉਂ ਜ਼ਰੂਰੀ ਹੈ? ਹਾਂਜੀ, ਹੁਣ ਜੇ ਮੈਂ ਐਜੂਕੇਸ਼ਨ ਪਲਾਨ ਦੀ ਗੱਲ ਕਰਦੇ ਆਪਾਂ, ਜਿਵੇਂ ਪਹਿਲਾਂ ਵੀ ਗੱਲ ਕੀਤੀ ਕਿ 12th ਗ੍ਰੇਡ ਤੱਕ ਆਪਣਾ ਪਬਲਿਕ ਐਜੂਕੇਸ਼ਨ ਆ, ਬੱਚਿਆਂ ਦੇ ਕੋਲੇ ਮਤਲਬ ਆਪਾਂ ਨੂੰ ਕੋਈ ਫੀਸ ਨਹੀਂ ਦੇਣੀ, ਆਪਾਂ ਮਤਲਬ ਕਿ ਸਕੂਲ ਭੇਜਣੇ ਨੇ, ਉਹਨਾਂ ਨੇ 12th ਗ੍ਰੇਡ ਤੱਕ ਕਰ ਜਾਣਾ। ਪਰ ਜਦੋਂ ਹੀ ਬੱਚੇ 12th ਤੋਂ ਬਾਅਦ ਚ ਪੋਸਟ ਸੈਕੰਡਰੀ ਐਜੂਕੇਸ਼ਨ ਲਈ ਜਾਂਦੇ ਨੇ ਤਾਂ ਐਕਸਪੈਂਸ ਬੜੇ ਇੱਕਦਮ ਹੀ ਵੱਧ ਜਾਂਦੇ ਨੇ ਜੀ। ਯੂਨੀਵਰਸਿਟੀ ਕਾਲਜ ਦੀਆਂ ਫੀਸਿਸ ਹੋ ਗਈਆਂ, ਬੱਚਿਆਂ ਦੇ ਬੁੱਕਸ ਦਾ ਐਕਸਪੈਂਸ, ਕੋਈ ਉਹਨਾਂ ਨੂੰ ਸਟੱਡੀ ਮਟੀਰੀਅਲ ਆਪਾਂ ਕਹਿ ਲਈਏ ਲੈਪਟਾਪ ਕਾਈਂਡ ਆਫ ਥਿੰਗਸ, ਹੋਰ ਸੌਫਟਵੇਅਰ, ਕਾਫੀ ਚੀਜ਼ਾਂ ਚਾਹੀਦੀਆਂ ਹੁੰਦੀਆਂ। ਅਤੇ ਜੇ ਕਿਤੇ ਬੱਚਾ ਆਊਟ ਆਫ ਟਾਊਨ ਪੜ੍ਹ ਰਿਹਾ ਤਾਂ ਹੋਰ। ਤਾਂ ਕੈਨੇਡੀਅਨ ਕਲਚਰ ਦੇ ਵਿੱਚ ਗਵਰਨਮੈਂਟ ਨੇ ਵੀ ਇਹ ਨੋਟ ਕੀਤਾ ਕਿ ਇੱਕਦਮ 12th ਗ੍ਰੇਡ ਤੋਂ ਬਾਅਦ 'ਚ ਪੇਰੈਂਟਸ 'ਤੇ ਬਹੁਤ ਵੱਡਾ ਬੋਝ ਪੈ ਜਾਂਦਾ। ਤਾਂ ਕਾਫੀ ਬੱਚੇ ਪੇਰੈਂਟਸ ਕੋਲੇ ਉਨੀ ਮਨੀ ਸੇਵਿੰਗ ਨਹੀਂ ਹੁੰਦੀ ਜੀ, ਤਾਂ ਕਾਫੀ ਬੱਚੇ ਕਈ ਵਾਰੀ ਉਹ ਕਰੀਅਰ ਪਰਸਿਊ ਕਰਨਾ ਚਾਹੁੰਦੇ ਆ, ਬਟ ਉਹ ਇੱਕ ਫਾਈਨੈਂਸ਼ੀਅਲ ਕਮੀ ਕਰਕੇ ਉਹਨਾਂ ਦਾ ਵਿਚਾਰਿਆਂ ਦਾ ਕਰੀਅਰ ਰਹਿ ਜਾਂਦਾ ਹੈ। ਬਿਲਕੁਲ। ਤਾਂ ਉੱਥੇ ਗਵਰਨਮੈਂਟ ਨੇ ਇੱਕ ਪਲਾਨ ਇੰਟਰੋਡਿਊਸ ਕੀਤਾ, RESP ਜੀ, ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਜੀ। ਸੋ ਇਸ ਪਲਾਨ 'ਚ ਕੀ ਹੈ ਕਿ ਆਪਾਂ ਪੇਰੈਂਟਸ ਮਨੀ ਸੇਵ ਕਰਦੇ ਨੇ ਜੀ, ਗਵਰਨਮੈਂਟ ਉਹਨਾਂ ਦੀ ਹੈਲਪ ਕਰਦੀ ਹੈ ਗ੍ਰਾਂਟ ਦੇ ਥਰੂ ਜੀ, ਪਲੱਸ ਉਹ ਮਨੀ ਕਿਉਂਕਿ ਆਪਾਂ ਸੇਵ ਕਰਨਾ ਸ਼ੁਰੂ ਕਰਦੇ ਹਾਂ ਤਾਂ ਉੱਤੇ ਇੰਟਰਸਟ ਲੱਗਦਾ, ਪਲੱਸ ਸਾਡੇ ਕੋਲੇ ਪਲਾਨ ਨੇ ਜਿਨ੍ਹਾਂ ਦੇ ਵਿੱਚ ਐਕਸਟਰਾ ਬੋਨਸ ਮਿਲਦਾ। ਸੋ ਸਾਰੀਆਂ ਚੀਜ਼ਾਂ ਮਿਲ ਕੇ ਜਦੋਂ ਬੱਚੇ ਨੇ 12ਵੀਂ ਤੋਂ ਬਾਅਦ 'ਚ ਪੋਸਟ ਸੈਕੰਡਰੀ ਐਜੂਕੇਸ਼ਨ ਲਈ ਜਾਣਾ ਤਾਂ ਉਹ ਬੱਚੇ ਨੂੰ ਮਿਲ ਜਾਣੇ ਆ। ਸੋ ਇੱਕ ਤਰ੍ਹਾਂ ਨਾਲ ਇਹ ਕਹਿ ਲਓ ਕਿ ਆਪਾਂ ਸ਼ੁਰੂ ਤੋਂ ਸੇਵ, ਮਤਲਬ ਜਿਵੇਂ ਨਿਊ ਬੋਰਨ ਹੋਏ ਬੱਚੇ, ਆਪਾਂ ਉਦੋਂ ਤੋਂ ਸੇਵਿੰਗ ਕਰਨੀ ਸ਼ੁਰੂ ਕਰਤੀ। ਸੋ ਉਹਦਾ ਆਪਣਾ ਕਹਿ ਲਈਏ ਕਿ ਜਿਵੇਂ ਹੁਣ ਆਪਾਂ ਸੇਵਿੰਗ ਕਰਨੀ ਸ਼ੁਰੂ ਕਰਦੇ ਹਾਂ, ਜਿੰਨਾ ਲੰਬਾ ਟਾਈਮ ਹੋਵੇ, ਕਿਉਂਕਿ ਆਪਾਂ ਕੋਈ ਮਨੀ ਜੋੜਨੀ ਹੈ, ਜੇ ਆਪਣੇ ਕੋਲ ਲੰਬਾ ਟਾਈਮ ਆ ਤਾਂ ਬੜਾ ਈਜ਼ੀ ਆ ਜੀ। ਹੁਣ ਜੇ ਆਪਾਂ ਕਿਸੇ ਈਵਨ ਆਪਾਂ ਕੁਛ ਵੀ ਕਰਦੇ ਹਾਂ, ਜਿਵੇਂ ਹੁਣ ਆਪਾਂ ਘਰ ਹੀ ਕਹਿ ਲਓ ਇੱਥੇ ਕੈਨੇਡਾ 'ਚ ਲੈਂਦੇ ਹਾਂ ਜੀ, ਹੁਣ ਜੇ ਆਪਾਂ ਕਹੀਏ ਵੀ 5 ਲੱਖ ਦਾ ਐਵਰੇਜ ਹੋਮ ਪ੍ਰਾਈਸ ਆ, ਤੇ ਜੇ ਕੋਈ ਬੰਦਾ ਕਹੇ ਕਿ ਮੈਂ 5 ਲੱਖ ਅੱਜ ਦੇਊਂਗਾ ਤਾਂ ਉਹ ਬੜਾ ਇੰਪੋਸੀਬਲ ਆ, ਕਿਉਂਕਿ ਇੰਨੀ ਇਨਕਮ ਨਹੀਂ ਹੁੰਦੀ। ਪਰ ਉਹ ਕੀ ਆਪਾਂ ਘਰ ਨੂੰ ਹੌਲੀ ਹੌਲੀ ਸੇਵਿੰਗ ਦੇ ਥਰੂ ਫ੍ਰੀ ਕਰਦੇ ਹਾਂ ਜੀ, 20 25 30 ਸਾਲ ਜਿੰਨੇ ਦੀ ਵੀ ਮੌਰਗੇਜ ਆਪਾਂ ਲੈਂਦੇ ਹਾਂ ਜੀ। ਸੇਮ ਚੀਜ਼ ਇਹ ਹੈ ਕਿ ਜਦੋਂ ਬੱਚੇ ਨੇ 12ਵੀਂ ਕਰ ਲਈ, ਜੇ ਇੱਕਦਮ ਪੇਰੈਂਟਸ ਕਹਿਣ ਕਿ ਅੱਜ ਸਾਡੇ ਕੋਲ $50,000 ਆ ਜਾਏਗਾ ਜਾਂ $1,00,000 ਆ ਜਾਏਗਾ, ਨੀਅਰ ਅਬਾਊਟ ਇੰਪੋਸੀਬਲ ਗੱਲ ਹੈ ਬਿਲਕੁਲ। ਪਰ ਜੇ ਉਹ ਅੱਜ $100 ਪਾਉਣਾ ਸ਼ੁਰੂ ਕਰ ਦਿੰਦੇ ਨੇ ਬੱਚੇ ਦੇ ਬੋਰਨ ਹੋਣ ਤੋਂ, 18 ਸਾਲ ਤੱਕ ਉਹ ਈਜ਼ੀਲੀ ਮਤਲਬ ਜਿੰਨੀ ਉਹਨਾਂ ਨੇ ਸੇਵਿੰਗ ਕੀਤੀ 100 200 ਉਹਦੇ ਅਕੋਰਡਿੰਗ ਉਹਨੇ ਵੱਧ ਜਾਣਾ, ਕਿਉਂਕਿ ਗਵਰਨਮੈਂਟ ਤੋਂ ਗ੍ਰਾਂਟ ਵੀ ਮਿਲ ਜਾਣੀ ਹੈ, ਪਲੱਸ ਉਹਦੇ 'ਤੇ ਇੰਟਰਸਟ ਵੀ ਲੱਗ ਜਾਣਾ। ਇਹਦੇ ਬਾਰੇ ਆਪਾਂ ਹੋਰ ਵਿਸਤਾਰਪੂਰਵਕ ਗੱਲ ਕਰਾਂਗੇ। ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਗੱਲਬਾਤ ਕਰਦੇ ਹਾਂ। ਤੁਸੀਂ ਦੇਖ रहे हो प्रोग्राम कैलगरी फोकस ओनली ऑन पंजाबी नेशनल टेलीविजन। मिलते हैं एक छोटे से ब्रेक के बाद। वेलकम बैक, एक बार फिर से स्वागत हमारे प्रोग्राम कैलगरी फोकस में। हम बातचीत कर रहे हैं आज हरपिंदर सिद्धू जी के साथ, जो कि एक इंश्योरेंस एक्सपर्ट हैं। भाजी ਆਪਾਂ ਗੱਲ ਕਰ ਰਹੇ ਹਾਂ RESP ਦੀ, ਤੇ ਬਹੁਤ ਹੀ ਵਧੀਆ ਇੱਕ ਪ੍ਰੋਡਕਟ ਹੈਗਾ RESP ਜਿਹੜਾ ਤੁਸੀਂ ਦੱਸਿਆ, ਸਪੈਸ਼ਲੀ ਫॉर ਐਜੂਕੇਸ਼ਨ ਫॉर ਕਿਡਸ। ਆਪਾਂ ਐਜ਼ ਐਨ ਇਮੀਗ੍ਰੈਂਟ ਆਉਂਦੇ ਹਾਂ ਇੱਥੇ ਆ ਕੇ, ਵੀ ਗੈਟ ਇਨਟੂ ਦ ਮੋਡ ਕਿ ਅਸੀਂ ਨਾ ਫੈਮਿਲੀ ਨੂੰ ਸਟੇਬਲ ਕਰਨਾ ਹੈ, ਪੈਸੇ ਕਮਾਣੇ ਹੈ, ਇਰਰਿਸਪੈਕਟਿਵ ਆਫ ਜਿੰਨਾ ਮਰਜ਼ੀ ਪੈਸਾ ਲੈ ਕੇ ਆਪਾਂ ਇੰਡੀਆ ਤੋਂ ਆਈਏ ਜਾਂ ਕਿਸੇ ਹੋਰ ਵੀ ਕੰਟਰੀ ਤੋਂ ਆਈਏ, ਇੱਕ ਬੰਦੇ ਨੂੰ ਹੁੰਦਾ ਯਾਰ ਉਹ ਮੇਰੀ ਸੇਵਿੰਗਸ ਹੈਗੀਆਂ, ਠੀਕ ਹੈ ਨਾ। ਬਟ ਵੈਨ ਆਈ ਕਮ ਹੇਅਰ ਆਈ ਹੈਵ ਟੂ ਸਟਾਰਟ ਐਂਡ ਆਈ ਹੈਵ ਟੂ ਸਟਾਰਟ ਅਰਨਿੰਗ, ਤਾਂ ਕਿ ਮੇਰੀ ਜਿਹੜੀ ਸੇਵਿੰਗ ਹੈ ਉਹ ਥੋੜ੍ਹੀ ਜਿਹੀ ਬਚੀ ਰਹੇ, ਤਾਂ ਕਿ ਇਨ ਰੇਨੀ ਡੇਜ਼ ਇਟਸ ਆਲਵੇਜ਼ ਹੈਲਪਫੁਲ। ਤੁਸੀਂ ਉਹਨੇ ਗੱਲ ਕੀਤੀ RESP ਦੀ ਜਿਹੜੇ ਬੱਚਿਆਂ ਵਾਸਤੇ ਹੈਗੀ ਆ। ਹੁਣ ਇੱਕ ਹਾਈਪੋਥੈਟੀਕਲ ਆਪਾਂ ਸਿਨੈਰੀਓ ਰਹਿੰਦੇ ਹਾਂ ਕਿ ਸਾਡੇ ਘਰ 'ਚ 2 ਬੱਚੇ ਹੈਗੇ ਨੇ, ਠੀਕ ਹੈ, ਇੱਕ ਨਿਊਲੀ ਬੋਰਨ ਹੈਗਾ, ਇੱਕ ਸਾਲ ਦਾ ਹੈਗਾ, ਤੇ ਹਾਊ ਡੂ ਯੂ ਰਿਕਮੈਂਡ ਕਿ ਇੱਕ ਅਮਾਊਂਟ ਜਿਹੜਾ ਇੱਕ ਫੈਮਿਲੀ, ਨਾਟ ਕਿ ਕੋਈ ਕਰੋੜਪਤੀ ਹੈਗੀ, ਇੱਕ ਆਪਾਂ ਗੱਲ ਕਰਦੇ ਹਾਂ ਫਰੰਟ ਲਾਈਨ ਵਰਕਰ, ਠੀਕ ਹੈ ਜੀ, ਉਹ ਮਿਨੀਮਮ ਕਿੰਨਾ ਅਮਾਊਂਟ ਇਹਦੇ 'ਚ ਪਾ ਸਕਦੇ ਆ, ਤੇ ਬਾਈ ਦਾ ਟਾਈਮ ਉਹਨਾਂ ਦਾ ਬੱਚਾ ਜੇ ਜਦ ਤੱਕ 12th ਤੱਕ ਪਹੁੰਚਦਾ ਹੈਗਾ, what kind of figure hypothetically they will be having in their pocket to help him out or her out? ਹਾਂਜੀ ਬਿਲਕੁਲ। ਬੇਸਿਕਲੀ ਅਮਾਊਂਟ ਤਾਂ ਜਿਵੇਂ ਆਪਾਂ ਕਹਿ ਲਈਏ ਕਿ RESP ਦੇ ਵਿੱਚ ਟੋਟਲ ਲਿਮਿਟ ਤਾਂ ਪਰ ਚਾਈਲਡ 50,000 ਹੈ ਮੈਕਸਿਮਮ in 1 year or overall lifetime? overall lifetime, ਅੱਛਾ ਜੀ, 50,000 ਤੱਕ ਉਹ ਪਾ ਸਕਦੇ ਨੇ ਜੀ। ਤਾਂ ਇਹਦੇ ਵਿੱਚ ਜਿਹੜੀ ਆਪਾਂ ਨੂੰ ਗਵਰਨਮੈਂਟ ਤੋਂ ਗ੍ਰਾਂਟ ਮਿਲਣੀ ਹੈ ਉਹ ਹੈਗੀ $7,200 ਪਰ ਚਾਈਲਡ, ਕਿ 7200 ਆਪਾਂ ਨੂੰ ਐਕਸਟਰਾ ਗਵਰਨਮੈਂਟ ਤੋਂ ਮਿਲਣਾ। ਅੱਛਾ ਜੀ। ਸੋ ਮਿਨੀਮਮ ਆਪਣੇ ਮਰਜ਼ੀ ਆ ਆਪਾਂ ਕਿੰਨਾ ਪਾਈਏ, ਸੋ ਜਿੰਨੇ ਹੀ ਪਾਵਾਂਗੇ ਉਨੀ ਆਪਾਂ ਨੂੰ ਗ੍ਰਾਂਟ ਮਿਲੇਗੀ, ਠੀਕ ਹੈ। ਸੋ ਗਵਰਨਮੈਂਟ ਵੱਲੋਂ ਵੀ ਅਲੱਗ-ਅਲੱਗ ਗ੍ਰਾਂਟਸ ਨੇ ਜੀ। ਇੱਕ CESG ਕਹਿ ਦਿੰਦੇ ਆ ਜਿਹੜੀ 7200 ਹੈ, ਉਹ ਹੈਗੀ ਆ ਡਾਇਰੈਕਟਲੀ ਕਹਿ ਲਓ ਕਿ ਜੇ ਜਿੰਨੇ ਵੀ ਮਨੀ ਪੇਰੈਂਟਸ ਨੇ ਪਾਈ ਉਹਦਾ 20% ਮਿਲਣਾ। ਅੱਛਾ, ਅਪ ਟੂ ਮੈਕਸਿਮਮ 7200। ਸੋ ਜੇ ਪੇਰੈਂਟਸ ਨੇ $1,000 ਉਹਦੇ ਵਿੱਚ ਪਾਇਆ ਤਾਂ 200 ਮਿਲੇਗਾ, 2000 ਪਾਇਆ 400, ਮਤਲਬ ਜਿਵੇਂ
ਆਪਣੇ ਮਤਲਬ ਕਹਿ ਲਈਏ ਵੀ ਪਾਉਂਦੇ ਆ। ਪਲੱਸ ਐਕਸਟਰਾ ਗ੍ਰਾਂਟ ਹੁੰਦੀ ਆ ਅਪ ਟੂ ਐਕਸਟਰਾ 20% ਹੁੰਦਾ ਉਹਦੇ 'ਤੇ, ਪਰ ਉਹ ਇਨਕਮ 'ਤੇ ਡਿਪੈਂਡ ਕਰਦਾ ਕਿ ਆਪਾਂ ਲੋ ਇਨਕਮ ਆ, ਮਿਡਲ ਇਨਕਮ ਆ, ਫਿਰ ਉਹਦੇ 'ਤੇ ਕੰਡੀਸ਼ਨਸ ਹੁੰਦੀਆਂ। ਸੋ ਐਕਸਟਰਾ ਗ੍ਰਾਂਟ ਵੀ ਆਪਾਂ ਨੂੰ ਮਤਲਬ ਉਹ ਤਾਂ 7200 ਤਾਂ ਹੈ ਹੀ ਹੈ ਜੀ, ਪਲੱਸ ਐਕਸਟਰਾ ਗ੍ਰਾਂਟ। ਉਹਦਾ ਕੋਈ ਫਿਗਰ ਹੁੰਦਾ ਭਾਜੀ ਕਿ ਉਹ ਕਿਵੇਂ ਕੈਲਕੂਲੇਟ ਹੁੰਦੀ ਹੈਗੀ ਹੈ? ਹਾਂਜੀ, ਉਹ ਫੈਮਿਲੀ ਇਨਕਮ 'ਤੇ ਡਿਪੈਂਡ ਕਰਦੀ ਹੈ। ਮਤਲਬ ਗਵਰਨਮੈਂਟ ਨੇ ਹਰ ਸਾਲ ਕ੍ਰਾਈਟੇਰੀਆ ਸੈੱਟ ਕੀਤਾ ਹੁੰਦਾ ਕਿ ਇੰਨੀ ਇਨਕਮ ਆ, ਇਹਨਾਂ ਨੂੰ ਐਕਸਟਰਾ 10%, ਇਹਨਾਂ ਨੂੰ ਐਕਸਟਰਾ 20%। ਜੀ, ਜਿੰਨੀ ਲੋ ਇਨਕਮ ਆ ਉਨੀ ਗ੍ਰਾਂਟ ਜ਼ਿਆਦਾ ਮਿਲਦੀ ਆ। ਜੀ 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 ਜੀ। ਪਰ ਇਹ ਆ ਕਿ ਜ਼ਿਆਦਾ ਵੱਡਾ ਫਿਗਰ ਤਾਂ ਆਪਾਂ ਉਹ 20% ਕਹਿ ਲਈਏ ਜਿਹੜੀ ਇਨੀਸ਼ੀਅਲੀ ਮਿਲਣੀ ਆ, ਸਾਰਿਆਂ ਨੂੰ ਹੀ ਮਿਲਣੀ ਆ। ਠੀਕ ਹੈ, ਉਹ ਇਨਕਮ 'ਤੇ ਡਿਪੈਂਡ ਨਹੀਂ ਕਰਦੀ। ਠੀਕ ਹੈ। ਪਲੱਸ ਇਹ ਹੋ ਗਈ, ਪਲੱਸ ਜੇ ਲੋ ਇਨਕਮ ਹੈ ਤਾਂ ਉਹ ਐਕਸਟਰਾ ਗਵਰਨਮੈਂਟ ਵੱਲੋਂ ਕੈਨੇਡਾ ਲਰਨਿੰਗ ਬੌਂਡ ਦਿੱਤਾ ਜਾਂਦਾ। ਅੱਛਾ, ਉਹ $500 ਵਨ ਟਾਈਮ ਹੈ, ਪਲੱਸ $100 15 ਸਾਲ ਦੀ ਏਜ ਤੱਕ ਐਵਰੀ ਸਾਲ ਹੈਗਾ, ਐਵਰੀ ਈਅਰ ਹੈਗਾ। ਅੱਛਾ, ਸੋ $2000 1500 ਮਤਲਬ ਸਾਲ ਦਾ 15 ਸਾਲਾਂ ਦਾ ਹੋ ਗਿਆ, ਪਲੱਸ $2000 ਇਹ ਹੋ ਗਿਆ। ਸੋ ਐਕਸਟਰਾ ਆਪਾਂ ਨੂੰ ਇਹ ਗ੍ਰਾਂਟ ਆ ਸਕਦੀ ਹੈ ਸੋ ਡਿਪੈਂਡਿੰਗ ਔਨ, ਹੈ ਨਾ। ਸੋ ਜੇ ਰਫਲੀ ਜੇ ਅਸੀਂ ਗੱਲ ਕਰਦੇ ਹਾਂ ਕਿ ਜੇ ਕੋਈ ਬੱਚਾ ਅੱਜ ਨਿਊ ਬੋਰਨ ਹੋਇਆ, ਉਹਦੇ ਪੇਰੈਂਟਸ $100 ਮੰਥਲੀ ਉਹਨਾਂ ਨੂੰ ਉਹਨਾਂ ਦੇ ਬਜਟ ਦੇ ਅਕੋਰਡਿੰਗ ਠੀਕ ਲੱਗਦਾ। ਠੀਕ। ਜੋ $100 ਪਾਉਣਾ ਸ਼ੁਰੂ ਕਰਦੇ ਨੇ ਤਾਂ ਉਹਨਾਂ ਦਾ ਰਫਲੀ ਜਦੋਂ ਤੱਕ ਬੱਚੇ ਨੇ 18 ਸਾਲ ਦਾ ਹੋਣਾ, ਡਿਪੈਂਡਿੰਗ ਔਨ ਇਨਵੈਸਟਮੈਂਟਸ, $35,000 ਤੋਂ $40,000 ਦੇ ਵਿੱਚ ਹੋ ਜਾਏਗਾ, ਜਮ੍ਹਾਂ ਹੋ ਜਾਏਗਾ। ਸੋ ਜੇ ਆਪਾਂ ਗੱਲ ਕਰੀਏ ਵੀ $100 ਆਪਾਂ ਖਰਚ ਦਿੰਦੇ, ਆਪਾਂ ਨੂੰ ਪਤਾ ਨਹੀਂ ਚੱਲਦਾ। ਬਿਲਕੁਲ। ਪਰ ਹੌਲੀ ਹੌਲੀ 100 ਕਰਕੇ, ਜਿਵੇਂ ਕਹਿੰਦੇ ਆ ਵੀ ਬੂੰਦ ਬੂੰਦ ਨਾਲ ਹੀ ਘੜਾ ਭਰਦਾ, ਉਹ ਜਦ ਤੱਕ 18 ਸਾਲ ਦਾ ਬੱਚੇ ਨੇ ਹੋਣਾ 40,000 ਬਣ ਜਾਣਾ। ਕੀ ਬਾਤ ਹੈ। ਸੋ ਵਿਚ ਇਜ਼ ਆਪਾਂ ਜੇ ਕੈਨੇਡੀਅਨ ਕਲਚਰ ਦੇ ਹਿਸਾਬ ਨਾਲ ਦੇਖੀਏ ਤਾਂ 40,000 ਮਤਲਬ ਵੈਰੀ ਗੁੱਡ ਅਮਾਊਂਟ ਜੀ ਕਿ ਬੱਚਾ ਆਪਣੇ ਕਰੀਅਰ 'ਚ ਪ੍ਰੋਸੀਡ ਕਰ ਸਕਦਾ। ਹਾਂ ਚਲੋ ਆਪਾਂ ਇਹ ਕਹਿੰਦੇ ਹਾਂ ਕਿ ਉਸ ਕਹਿ ਲਈਏ ਫੀਸ $1,00,000 ਹੈ, ਪਰ ਅੱਧੀਆਂ ਪੌੜੀਆਂ ਤਾਂ ਚੜ੍ਹ ਹੀ ਲੈਂਦੇ। ਬਿਲਕੁਲ। ਤੇ ਨਾਲੇ ਇੱਥੇ ਥੋੜਾ ਜਿਹਾ ਇਹ ਵੀ ਫਾਇਦਾ ਹੈਗਾ ਭਾਜੀ ਕਿ ਗਵਰਨਮੈਂਟ ਕਾਫੀ ਹੈਲਪ ਕਰਦੀ ਹੈਗੀ ਹੈ, ਸਟੂਡੈਂਟਸ ਲੋਨ ਵਗੈਰਾ ਮਿਲ ਜਾਂਦੇ ਆ, ਲੇਕਿਨ ਅਗੇਨ ਕਿਤੇ ਨਾ ਕਿਤੇ ਸਾਨੂੰ ਤਾਰਨੇ ਤਾਂ ਹੈਗੇ ਹੈ ਨਾ। ਹੁਣ ਆਪਾਂ ਜੇ ਸੋਚੀਏ ਕਿ ਯਾਰ ਮੈਂ 1 ਲੱਖ ਦਾ ਲੋਨ ਲਊਂਗਾ ਆਪਣੇ ਸਟੂਡੈਂਟ ਉਹਦੇ ਵਾਸਤੇ, ਸਟੱਡੀਜ਼ ਵਾਸਤੇ, ਬਟ ਜੇ ਸਾਡੇ ਕੋਲ 50,000 ਇਕੱਠਾ ਹੋਇਆ ਹੋਏ ਤਾਂ ਸਿਰਫ ਸਾਡਾ ਲੋਨ 50,000 ਦਾ ਰਹੇਗਾ, ਐਂਡ ਇਟਸ ਅ ਵੈਰੀ ਗੁੱਡ ਥਿੰਗ। ਇੱਥੇ ਭਾਜੀ ਇੱਕ ਹੋਰ ਕੁਐਸਚਨ ਆਉਂਦਾ ਹੈਗਾ, ਆਪਾਂ ਪੈਸਾ ਜਮ੍ਹਾਂ ਕਰਾ ਰਹੇ ਹਾਂ, ਜਿਵੇਂ ਲੋਕੀ ਕਹਿੰਦੇ ਕਿ ਯਾਰ ਮੈਂ ਬੈਂਕ 'ਚ ਪਾ ਦੇਵਾਂ, ਹਾਂਜੀ ਉੱਥੇ ਸਾਨੂੰ ਇੰਟਰਸਟ ਹੈ ਕੁਝ ਮਿਲੇਗਾ, ਕੀ RSP ਤੇ RESP ਦੇ ਕੋਈ ਇੰਟਰਸਟ ਵੀ ਮਿਲਦਾ ਹੈਗਾ, ਅਰਨ ਕਰ ਸਕਦੇ ਆਪਾਂ? ਹਾਂਜੀ ਬਿਲਕੁਲ। ਮਤਲਬ ਬੇਸਿਕਲੀ ਇੱਕ ਤਾਂ ਆਪਾਂ ਨੂੰ 20% ਤਾਂ ਬੂਸਟ ਸਿੱਧਾ ਹੀ ਮਿਲ ਗਿਆ ਗਵਰਨਮੈਂਟ ਗ੍ਰਾਂਟ, ਪਲੱਸ ਅੱਗੋਂ ਜਿਹੜੀ RESP 'ਚ ਆਪਾਂ ਮਨੀ ਪਾਵਾਂਗੇ ਉਹ ਅੱਗੋਂ ਇਨਵੈਸਟ ਹੋਏਗੀ। ਅੱਛਾ, ਉਹਨਾਂ 'ਤੇ ਵੀ ਫਿਰ ਉਹ ਅਕੋਰਡਿੰਗਲੀ ਆਪਣੇ ਕੋਲ ਚੋਇਸਿਸ ਹੋਣਗੀਆਂ, ਆਪਾਂ GIC ਦੇ ਵਿੱਚ ਪਾਉਣੇ ਆ ਜਾਂ ਫੰਡਸ ਦੇ ਵਿੱਚ ਪਾਉਣੀ ਆ, ਅਲੱਗ-ਅਲੱਗ ਫੰਡਸ ਨੇ। ਸੋ ਆਪਣੇ ਕੋਲ ਡਿਪੈਂਡਿੰਗ ਔਨ ਕਲਾਇੰਟ ਕੀ ਚਾਹੁੰਦੇ ਨੇ। ਅੱਛਾ, ਸੋ ਜੋ ਇੰਟਰਸਟ ਮਤਲਬ ਮਾਰਕੀਟ ਦੇ ਵਿੱਚ ਚੱਲ ਰਿਹਾ, ਮਤਲਬ ਕਿ ਉੱਦਾਂ ਉਹ ਤਾਂ ਆਪਾਂ ਨੂੰ ਮਿਲੇਗਾ ਹੀ ਮਿਲੇਗਾ। ਅੱਛਾ, ਸੋ ਇੰਟਰਸਟ ਦਾ ਆਪਾਂ ਨੂੰ ਫਾਇਦਾ ਹੈ ਹੀ ਹੈ, ਗ੍ਰਾਂਟ ਦਾ ਹੈ। ਸੋ ਇਟਸ ਜੇ ਅਸੀਂ ਦੇਖਦੇ ਹਾਂ ਨੋਰਮਲ ਬੈਂਕ 'ਚ ਰੱਖਣ ਨਾਲੋਂ, ਹੁਣ ਸਾਡੇ ਕੋਲ ਕਈ ਵਾਰੀ ਲੋਕ ਆਉਂਦੇ ਨੇ, ਉਹ ਦੱਸਦੇ ਨੇ ਕਿ ਅਸੀਂ ਬੱਚਿਆਂ ਦਾ ਪੈਸਾ ਸ਼ੁਰੂ ਤੋਂ ਹੀ ਅਲੱਗ ਰੱਖ ਰਹੇ ਹਾਂ, ਵੀ ਇੱਕ ਬੈਂਕ ਦੇ ਵਿੱਚ ਇੱਕ ਸਿੰਪਲ ਅਕਾਊਂਟ ਰਖਾਇਆ ਹੋਇਆ। ਬਿਲਕੁਲ, ਵੀ ਬੱਚੇ ਨਾਮ ਤੇ ਖੁਲਾ ਲਿਆ, ਅਸੀਂ ਇਹਦੇ 'ਚ ਬੱਚੇ ਦੇ ਜਿਹੜੇ ਪੈਸੇ ਆਈ ਜਾਂਦੇ ਅਸੀਂ ਉਹ ਪਾਈ ਜਾਂਦੇ ਹਾਂ। ਪਰ ਹੁਣ ਅਸੀਂ ਜਦੋਂ ਉਹਨਾਂ ਦੀ ਕੈਲਕੂਲੇਸ਼ਨ ਰਨ ਕਰਕੇ ਦੇਖਦੇ ਹਾਂ, ਜੇ ਹੁਣ ਉਹ ਐਗਜ਼ਾਮਪਲ ਕਹਿ ਲਓ ਕਿ ਜੇ ਉਹ $100 ਨੋਰਮਲ ਬੈਂਕ ਅਕਾਊਂਟ ਦੇ ਵਿੱਚ ਰੱਖਦੇ ਨੇ ਤੇ $100 ਹੀ ਉਹ RESP ਕਰਵਾਉਂਦੇ ਨੇ, ਤਾਂ ਅਪਰੋਕਸੀਮੇਟਲੀ RESP 35,000 ਤੋਂ 40,000 ਹੋ ਜਾਏਗੀ 18 ਸਾਲ ਦੇ ਵਿੱਚ, ਤੇ ਜਿਹੜੀ ਦੂਸਰੀ ਆ ਉਹ 20,000 ਤੋਂ 25,000 ਹੋਏਗਾ। ਸੋ ਆਪਾਂ ਨੂੰ ਮਤਲਬ 10-15,000 ਦਾ RESP ਕਰਵਾਉਣ ਦਾ ਬੈਨੀਫਿਟ ਹੋ ਜਾਏਗਾ ਜੇ ਆਪਾਂ $100 ਦੇ ਅਕੋਰਡਿੰਗ ਕੈਲਕੂਲੇਸ਼ਨ ਕਰਦੇ ਹਾਂ। ਤੇ ਗੱਲ ਸਿਰਫ ਆਪਾਂ ਇਹ ਨਹੀਂ ਦੇਖ ਰਹੇ ਕਿ 50 + 20% ਪਲੱਸ ਇਹ ਵੀ ਆ ਜਾਂਦਾ ਹੈਗਾ। ਹਾਂਜੀ, ਤੇ ਇਹ ਆਪਾਂ ਟੂਗੇਦਰ ਦੇਖੀਏ ਤਾਂ ਭਾਜੀ ਇਟਸ ਅ ਗੁੱਡ ਅਮਾਊਂਟ। ਜੇ ਸਾਡੀ ਐਜੂਕੇਸ਼ਨ ਜਿਹੜੀ ਆਪਾਂ ਕਰਨਾ ਚਾਹੁੰਦੇ ਹਾਂ ਬੱਚਿਆਂ ਵਾਸਤੇ, ਜਾਂ ਉਹ ਕਰਨਾ ਚਾਹੁੰਦੇ ਆ, ਉਹ $1,00,000 ਜੇ ਉਹਨਾਂ ਦਾ ਕੋਸਟ ਕਰਦਾ ਹੈ, ਤੇ ਕਿੰਨਾ ਅਸੀਂ ਪਲੈਨਿੰਗ ਕਰਕੇ ਉਹਨਾਂ ਵਾਸਤੇ ਆਲਰੇਡੀ ਸੇਵ ਕਰ ਸਕਦੇ ਹਾਂ ਜਦ ਤੱਕ ਉਹਨਾਂ ਨੇ 12ਵੀਂ ਪਾਸ ਕਰਨੀ ਹੈ। ਬਿਲਕੁਲ, ਹਾਂ ਆਪਾਂ ਉਹ ਪਲੈਨਿੰਗ ਕਰ ਸਕਦੇ ਹਾਂ ਕਿ ਜੇ ਕੋਈ ਮਤਲਬ ਆਪਣੇ ਕਈ ਵਾਰੀ ਆਪਣੇ ਪੇਰੈਂਟਸ ਦਾ ਏਮ ਹੁੰਦਾ ਕਿ ਅਸੀਂ ਤਾਂ ਇੰਨੇ ਇਕੱਠੇ ਕਰਨੇ ਹੀ ਆ। ਹਾਂ, ਇੱਕ RESP ਦੇ ਥਰੂ ਆਪਾਂ ਅੱਧੀਆਂ ਪੌੜੀਆਂ ਚੜ੍ਹ ਕੇ ਅੱਧੇ ਹੋਰ ਸਾਡੇ ਕੋਲ ਹੋਰ ਆਈਡੀਆਜ਼ ਨੇ ਜਿਹਦੇ ਥਰੂ ਆਪਾਂ ਸੇਵ ਕਰ ਸਕਦੇ ਹਾਂ ਬੱਚਿਆਂ ਦੀ। ਆਪਾਂ ਇੱਕ ਮਤਲਬ ਕਿ ਇੰਸ਼ੋਰੈਂਸ ਵੀ ਕਰਾ ਸਕਦੇ ਹਾਂ ਮਨੀ ਬੈਕ ਵਾਲੀ ਜੀ, ਪਲੱਸ TFSA ਨੇ, ਹੋਰ ਅਕਾਊਂਟ ਨੇ। ਮਤਲਬ ਆਪਾਂ ਕੋਲ ਜੇ ਆਪਾਂ ਸੇਵਿੰਗ ਕਰਨੀ ਹੈ, ਦੇਖੋ ਆਲਵੇਜ਼ ਚੰਗੀ ਗੱਲ ਆ। ਬਿਲਕੁਲ, ਮੈਂ ਕਹੂੰਗਾ ਕਿ ਖਰਚਣ ਨੂੰ ਤਾਂ ਰਾਹ ਬਹੁਤ ਹੁੰਦੇ ਨੇ ਕੈਨੇਡਾ 'ਚ, ਸੇਵ ਕਰਨ ਨੂੰ ਘੱਟ ਹੈਗੇ ਨੇ, ਸੇਵ ਕਰਨ ਨੂੰ ਘੱਟ ਨੇ। ਸੋ ਜੇ ਆਪਾਂ ਦੇਖਦੇ ਹਾਂ ਕਾਮਨ ਕਲਚਰ ਆ ਜੀ, ਮੈਂ ਇਹ ਨਹੀਂ ਕਹੂੰਗਾ, ਮੈਂ ਵੀ ਉਹਦਾ ਪਾਰਟ ਹਾਂ। ਹੁਣ ਆਪਾਂ ਕੈਨੇਡਾ 'ਚ ਆਉਂਦੇ ਹਾਂ, ਪਹਿਲਾਂ ਆਪਾਂ ਸੇਵਿੰਗ ਮੋਡ 'ਚ ਹੁੰਦੇ ਹਾਂ ਜਿੰਨੇ ਵੀ ਨਵੇਂ ਇਮੀਗਰੈਂਟ ਆਉਂਦੇ ਨੇ ਜੀ, ਕਿਉਂਕਿ ਆਪਾਂ ਆ ਕੇ ਦੇਖਦੇ ਹਾਂ ਬੜਾ ਸਰਵਾਈਵਲ ਔਖਾ ਹੁੰਦਾ, ਕਿਉਂਕਿ ਖਰਚੇ ਬਹੁਤ ਨੇ, ਮਤਲਬ ਰਹਿਣ ਸਹਿਣ ਸਾਰਾ ਕੁਛ ਹੀ ਸ਼ੁਰੂ ਤੋਂ ਹੋ ਜਾਂਦਾ। ਫਿਰ ਹੌਲੀ ਹੌਲੀ ਆਪਾਂ ਸੈਟਲ ਹੁੰਦੇ ਹਾਂ, ਕਰ ਲੈਂਦੇ ਹਾਂ, ਫਿਰ ਆਪਾਂ ਨੂੰ ਥੋੜ੍ਹੇ
ਮਤਲਬ ਕਿ ਇੱਕ ਤਾਂ ਬੇਸਿਕ ਨੀਡਸ ਹੁੰਦੀਆਂ, ਫਿਰ ਆਪਾਂ ਥੋੜਾ ਜਿਹਾ ਅੱਗੇ ਚਲੇ ਜਾਂਦੇ ਆ ਜੀ। ਸੋ ਹਾਂ ਬਿਲਕੁਲ ਜਾਣਾ ਚਾਹੀਦਾ, ਉਹਦੇ 'ਚ ਕੋਈ ਨੁਕਸਾਨ ਨਹੀਂ, ਪਰ ਮੈਂ ਇਹ ਕਹੂੰਗਾ ਕਿ ਬਜਟ ਨੂੰ ਧਿਆਨ ਰੱਖ ਕੇ, ਬਿਲਕੁਲ ਕਿਉਂਕਿ ਆਪਾਂ ਇਹ ਦੇਖਦੇ ਹਾਂ ਕਿ ਇੱਥੇ ਲੋਨ ਬੜਾ ਈਜ਼ੀਲੀ ਮਿਲ ਜਾਂਦਾ ਜੀ, ਕਾਰ ਲੋਨ, ਕ੍ਰੈਡਿਟ ਕਾਰਡ ਲੋਨ, ਘਰ ਦਾ ਮੌਰਗੇਜ ਵਾਲਾ ਮੌਰਗੇਜ, ਹਾਂਜੀ ਜੀ। ਸੋ ਮਤਲਬ ਕਿ ਆਪਾਂ ਉਹਨਾਂ ਕੁ ਦੇਖੀਏ ਕਿ ਆਪਾਂ ਕਿਤੇ ਇਹ ਕੈਲਕੂਲੇਸ਼ਨ ਜ਼ਰੂਰ ਮਾਰੀਏ ਕਿ ਆਪਣੀਆਂ ਸੇਵਿੰਗਸ ਆਲਵੇਜ਼ ਆਪਣੇ ਖਰਚਿਆਂ ਤੋਂ ਜਿਹੜੇ ਲੋਨ ਚੱਕਿਆ ਉਦੋਂ ਵੱਧ ਹੋਣ। ਜਿਵੇਂ ਹੁਣ ਐਗਜ਼ਾਮਪਲ ਹੀ ਆ ਕਿ ਆਪਣੇ ਕੋਲ ਚੁਆਇਸ ਹੋਵੇ ਜੀ, ਐਗਜ਼ਾਮਪਲ ਕਿਸੇ ਕਲਾਇੰਟ ਕੋਲੇ ਆਪਣੀ ਇਨਕਮ ਚੋਂ $1000 ਬਚਦਾ ਜੀ, ਹੁਣ ਇੱਕ ਆਪਸ਼ਨ ਆ ਕਿ ਉਹ ਦੇਖਦੇ ਆ ਵੀ ਕਿ ਉਹਨਾਂ ਦੀ ਗੱਡੀ ਪੁਰਾਣੀ ਹੋ ਗਈ, ਨਵੀਂ ਗੱਡੀ ਲੈ ਲਓ, ਨਵੀਂ ਗੱਡੀ ਲੈ ਲਈਏ, ਚਲੋ ਕਿਸ਼ਤੀ ਆ $500-600 ਜੀ, ਹੈ ਨਾ ਜੀ ਜੀ ਜੀ। ਪਰ ਆਪਾਂ ਉਹਨੂੰ ਓਵਰਆਲ 5-7 ਸਾਲਾਂ 'ਚ ਜਦੋਂ ਦੇਖਦੇ ਆ 6-6 ਕਰਕੇ ਮਤਲਬ ਮੰਥਲੀ 600 ਤੇ ਸਾਲ ਦਾ ਮਤਲਬ 7000 ਹੋ ਗਿਆ ਅਪਰੋਕਸੀਮੇਟਲੀ, ਤੇ 7-8 ਸਾਲ ਦਾ ਲੋਨ ਆ ਤਾਂ 50000 ਹੋ ਗਿਆ। ਬਿਲਕੁਲ। ਸੋ ਆਪਾਂ ਉਹਨੂੰ ਫਿਊਚਰ ਇਨਕਮ 'ਚੋਂ ਦੇ ਰਹੇ ਹਾਂ ਜੀ, ਪਰ ਹੁਣ ਆਪਣੇ ਕੋਲ ਸੇਵਿੰਗ 400 ਹੀ ਰਹਿ ਗਿਆ ਜੀ। ਉਹੀ ਜੇ ਆਪਾਂ ਨੂੰ ਆਪਸ਼ਨ ਮਿਲਦੀ ਹੈ ਕਿ ਆਪਾਂ ਚਲੋ ਗੱਡੀ ਥੋੜੀ ਪੁਰਾਣੀ ਲੈ ਲਈਏ, 400 ਵਾਲੀ ਲੈ ਲਈਏ, ਉਹੀ 600 ਵੱਧ ਸੇਵਿੰਗ ਕਰ ਲਈਏ, ਜੀ, ਕਿ ਇਦਾਂ ਆਪਣਾ ਫਿਊਚਰ ਆਪਣਾ ਥੋੜਾ ਈਜ਼ੀ ਹੋ ਜਾਂਦਾ। ਜੀ। ਕਿਉਂਕਿ ਮੈਂ ਸਾਰਿਆਂ ਨੂੰ ਇਹੀ ਕਹਿਣਾ ਕਿ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੇ ਆਪਾਂ ਘਰ ਲਿਆ ਉਹਨੂੰ ਛੇਤੀ ਤੋਂ ਛੇਤੀ ਫ੍ਰੀ ਕਰਨ ਦੀ ਕੋਸ਼ਿਸ਼ ਕਰੀਏ, ਜੀ, ਕਿਤੇ ਹੋਰ ਮਨੀ ਸਪੈਂਡ ਕਰਨ ਤੋਂ, ਹੈ ਨਾ। ਜੀ ਜੀ ਜੀ। ਹਾਂ ਲੋੜ ਆਪਾਂ ਨੂੰ ਓਬਵੀਅਸਲੀ ਕਾਰ, ਮੈਂ ਇਹ ਨਹੀਂ ਕਹੂੰਗਾ ਕਿ ਨਹੀਂ ਲੋੜ ਆ, ਬਿਲਕੁਲ ਲੋੜ ਆ ਆਪਾਂ ਨੂੰ, ਹੈ ਨਾ, ਪਰ ਇਹ ਆ ਵੀ ਆਪਾਂ ਬੈਲੈਂਸ ਲੈ ਕੇ ਚੱਲੀਏ। नहीं जे इनकम बहुत ज़्यादा हैगी है ਤਾਂ ਬੰਦਾ ਸੋਚ ਲੈਂਦਾ ਕਿ ਚਲੋ ਯਾਰ ਆਪਾਂ ਹੋਰ ਐਕਸਪੈਂਸਿਵ ਗੱਡੀ ਲੈ ਲਈਏ, ਲੇਕਿਨ ਜੇ ਆਪਣੇ ਕੋਲ ਇੱਕ ਲਿਮਿਟਡ ਇਨਕਮ ਹੈਗੀ ਆ, ਮੀ ਅਭੀ ਵੀ ਦੋਨੋਂ ਕੰਮ ਕਰ ਰਹੇ ਨੇ, ਐਂਡ ਦੈਨ ਵੀ ਹੈਵ ਟੂ ਟੇਕ ਕੇਅਰ ਆਫ ਦਾ ਫੈਮਿਲੀ ਆਲਸੋ, ਫਰੰਟ ਲਾਈਨ ਵਰਕਰ ਹੈਗੇ ਨੇ ਜਿਹੜੀ ਤਾਦਾਦ ਜ਼ਿਆਦਾ ਹੈਗੀ ਹੈ ਪਰਸੈਂਟੇਜ, ਤੇ ਆਪਾਂ ਉੱਥੇ ਇਸ ਚੀਜ਼ ਨੂੰ ਜ਼ਰੂਰ ਕਵਰ ਕਰ ਸਕਦੇ ਹਾਂ। ਯੂ ਆਰ ਐਬਸੋਲੂਟਲੀ ਰਾਈਟ, ਹਾਂਜੀ, ਕਿ ਸੇਵਿੰਗ ਵੱਲ ਜ਼ਰੂਰ ਫੋਕਸ ਕਰੋ। ਬਿਲਕੁਲ, ਕਿਉਂਕਿ ਕੈਨੇਡਾ 'ਚ ਆਪਣਾ ਇਹ ਹੁੰਦਾ ਕਿ ਆਪਾਂ ਇੱਕ ਬਿਜ਼ੀ ਹੋਏ ਨੇ ਲਾਈਫ ਸਟਾਈਲ 'ਚ, ਸੇਵਿੰਗ ਵਾਲਾ ਪੋਰਸ਼ਨ ਭੁੱਲ ਜਾਂਦੇ ਹਾਂ। ਬਿਲਕੁਲ, ਐਬਸੋਲੂਟਲੀ, ਹੈ ਨਾ। ਜੇ ਤੁਸੀਂ ਕਿਸੇ ਨੂੰ ਕਾਮਨਲੀ ਅਸੀਂ ਹੁਣ ਗੱਲ ਪੁੱਛਦੇ ਹਾਂ ਕਿ ਤੁਹਾਡੀ ਸੇਵਿੰਗ ਕਿੱਥੇ ਹੈ, ਭਾਜੀ ਮੈਂ ਕਈ ਲੋਕ ਦੇਖੇ ਜਿਹੜੇ ਚੈੱਕ ਟੂ ਚੈੱਕ ਰਹਿੰਦੇ ਨੇ। ਹਾਂਜੀ, ਬਹੁਤ ਦੁਨੀਆ ਆਪਣੀ ਇੱਥੇ ਹੈਗੀ ਹੈ ਕਿ ਆਈ ਵਿਲ ਪੇ ਯੂ ਔਨ ਮਾਈ ਨੈਕਸਟ ਸੈਲਰੀ ਚੈੱਕ। ਬੜਾ ਦੁੱਖ ਲੱਗਦਾ ਹੈ ਕਿ ਯਾਰ ਤੂੰ ਮੇਰੇ $20 ਦੇਣੇ ਆ, ਹਾਂਜੀ, ਲੇਕਿਨ ਫਿਰ ਵੀ ਤੂੰ ਕਹਿੰਦਾ ਹੈ ਕਿ ਮੈਂ ਨੈਕਸਟ ਸੈਲਰੀ ਚੈੱਕ ਤੇ ਦਊਂਗਾ। ਹਾਊ ਡੂ ਯੂ ਸਰਵਾਈਵ? ਹਾਂਜੀ, ਲੋਕੀ ਇੱਥੇ ਬਹੁਤ ਅਗੇਨ ਮੈਂ ਇਹ ਨਹੀਂ ਕਹਿ ਰਿਹਾ ਕਿ ਕਲਚਰ ਗਲਤ ਹੈ ਜਾਂ ਸਹੀ ਹੈਗਾ, ਬਟ ਪਰਸੈਂਟੇਜ ਲੋਕਾਂ ਦੀ ਬਹੁਤ ਜ਼ਿਆਦਾ ਹੈਗੀ ਹੈ ਜਿਹੜੇ ਕਿ ਸੇਵਿੰਗ 'ਚ ਵਿਸ਼ਵਾਸ ਨਹੀਂ ਕਰਦੇ। ਦੇ ਕਹਿੰਦੇ ਆ ਬਸ ਲਿਵ ਟੂਡੇ, ਅੱਜ ਜੋ 100 ਰੁਪਏ ਮੇਰੇ ਕੋਲ ਹੈ ਮੈਂ ਅੱਜ 100 ਰੁਪਏ ਖਰਚ ਸਪੈਂਡ ਕਰਦਾ। ਬਿਲਕੁਲ, ਮੇਰੀ ਇੱਥੇ ਥੋੜੀ ਜੀ ਆਲਟੋ ਹੈ ਕਿ ਹਾਂਜੀ ਅੱਜ ਇੰਜੋਏ ਕਰਨਾ ਚਾਹੀਦਾ, ਪਰ ਜ਼ਰੂਰੀ ਨਹੀਂ ਆਪਾਂ ਜੇ ਕਹਿ ਲਈਏ ਕਿ ਹਾਂ डेफिनेटली लाइफ देयर इज कि अपना जेड़ा टाइम है, पर जरूरी नहीं कि अपने पैसे स्पेंड करके एंजॉय करो। जो 100 रुपये आपके पास है तो जरूरी नहीं कि आपने 120 रुपये खर्चने हैं अपने ऊपर, आप 80 खर्च सकते हैं, 70 खर्च सकते हैं और वो $30 सेव कर सकते हैं किसी न किसी सिक्योरिटी के लिए। आज हम बात कर रहे हैं हरपिंदर सिद्धू जी से, जो कि एक इंश्योरेंस एक्सपर्ट हैं, बहुत ही अमेजिंग बातें उन्होंने बताई हैं। अगले सेगमेंट में एक बहुत ही अमेजिंग कॉन्टेस्ट लेके आ रहे हैं, उसके बारे में लोग बातचीत करेंगे। देखते रहिए प्रोग्राम कैलगरी फोकस ओनली ऑन पंजाबी नेशनल टेलीविजन। वेलकम बैक, एक बार फिर से स्वागत हमारे प्रोग्राम कैलगरी फोकस में। हम बातचीत कर रहे हैं हरपिंदर सिद्धू जी से, जो कि इंश्योरेंस एक्सपर्ट हैं कैलगरी में। हम बात कर रहे थे सिक्योरिटी की, और इंश्योरेंस और सिक्योरिटी दोनों साथ में साथ चलते हैं, क्योंकि अगेन अगर आपने अपने आप को सिक्योर करना है तो इंश्योरेंस एक ऐसा प्रोडक्ट है जो आपको हेल्प कर सकता है। RESP के बारे में हमने बात की, स्पेशली बच्चों के लिए। अगेन ज़िंदगी का कोई भरोसा नहीं है, कोविड ने हमें बहुत कुछ दिखा दिया कि हम बहुत बड़ी बड़ी बातें कर सकते हैं, लेकिन जब ऊपर वाला अपनी आई पे आता है तो वो कुछ भी कर सकता है। बहुत सी दुनिया इस समय सफ़र कर रही है, जिसके ब्रेड अर्नर्स, जो कि सोल ब्रेड अर्नर्स थे पूरी फैमिली के, वो हम उनको छोड़कर चले गए, और जो फैमिलीज़ हैं अभी स्ट्रगल कर रही हैं कि कैसे हम लोग अपने बच्चों का और उनका अपना फ्यूचर सिक्योर कर सकते हैं। तो हरपिंदर जी एक बहुत ही बढ़िया कॉन्टेस्ट लेके आए हैं एक बार फिर से, और ये इनका एनुअल एक मैं कह सकता हूँ फीचर होता है कि ये लोगों को इनकरेज करते हैं कि आप प्लीज़ इन्वेस्ट करें सेविंग्स में। ये एक लोगों को बहुत बड़ा मिथ है भाजी। मैं थोड़े नाल इत्थे एक साझी करना चाहूँगा कि एक जोक बनता हैगा इंडिया कि पहला एक टाइम होंदा सीगा कि जब तुसीं गल करदे सी ना कि फ़ोन करके, हाँ जी भाई साहब मैं आपके घर आ रहा हूँ, कहते थे आप कहाँ काम करते हैं, जीवन बीमा में, हाँ हाँ आइए प्लीज़ बातचीत करेंगे। लोग इंश्योरेंस को एक बहुत डिफरेंट वो करते थे, लेकिन हुण जब कोई इंश्योरेंस वाला फोन करता, बंदा कहता है मैं बिजी हैगा। लोग का एक बड़ा मिथ आ गया है, लेकिन लोग ये नहीं समझते कि एक कितना इंपॉर्टेंट फैक्टर है। हाँ जी, एक कितना इंपॉर्टेंट एक अपने सिक्योरिटी वास्ते ये प्रोडक्ट हैगा। तो वी आर सो थैंकफुल टू यू कि तुसी लोगों को इनकरेज करते हो, वो भी
ਯੂ نو ਕਿ ਆਪਣੇ ਕੋਲੋਂ ਇਸ ਤਰ੍ਹਾਂ ਦੇ ਕੰਟੈਸਟ ਰੱਖ ਕੇ ਕਿ ਲੋਕੀ ਇਹਦੇ 'ਚ ਅਟਰੈਕਟ ਹੋਣ, ਥੋੜਾ ਜਿਹਾ ਐਟਲੀਸਟ ਉਹਨਾਂ ਨੂੰ ਜਾਗਰੂਕਤਾ ਆਏ, ਅਵੇਅਰਨੈਸ ਆਏ। ਤੇ ਇਹ ਜਿਹੜਾ ਤੁਸੀਂ ਕੰਟੈਸਟ ਲੋਹੜੀ ਕੰਟੈਸਟ 2022 ਲੈ ਕੇ ਆ ਰਹੇ ਹੋ, ਇਹਦੇ ਬਾਰੇ ਜਰਾ ਪਲੀਜ਼ ਦੱਸੋ। ਹਾਂਜੀ, ਉਹ ਤੁਹਾਡੇ ਜੋਕ ਤੋਂ ਹੀ ਮੈਨੂੰ ਗੱਲ ਯਾਦ ਆਈ ਜੀ। ਹੁਣ ਐਗਜ਼ਾਮਪਲ ਆ ਜੀ, ਹੁਣ ਮੇਰੇ ਘਰ ਗੈਸਟ ਆਉਣ ਜੀ, ਤੇ ਉਹਨਾਂ ਨੂੰ ਆਦਤ ਹੈ ਪਿੱਛੋਂ ਨਾਰਮਲ ਖੰਡ ਮਿੱਠੇ ਵਾਲੀ ਚਾਹ ਪੀਣ ਦੀ। ਜੀ, 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 ਤੇ ਮੈਂ ਉਹਨਾਂ ਨੂੰ ਗ੍ਰੀਨ ਟੀ ਪਿਆ ਦਾਂ ਹਾਂਜੀ, ਬਿਨਾਂ ਸ਼ੂਗਰ ਦੇ। ਅਗਲੀ ਵਾਰ ਨੂੰ ਮੇਰੇ ਘਰ ਨਹੀਂ ਆਉਣਗੇ, ਬੁਰਾ ਮੰਨਣਗੇ। ਹੁਣ ਉਹਦੇ ਪਿੱਛੇ ਕਾਰਨ ਕੀ ਆ? ਬਟ ਉਹੀ ਗ੍ਰੀਨ ਟੀ ਜੇ ਮੈਂ ਉਹਨਾਂ ਨੂੰ ਨਾਲ ਦੱਸਾਂ ਵੀ ਇਹ ਤੁਹਾਡੀ ਸਿਹਤ ਲਈ ਵਧੀਆ, ਐਕਸਪਲੇਨ ਕਰਾਂ ਕਿ ਇਹਦੇ ਨਾਲ ਤੁਹਾਡਾ ਜੀ ਸ਼ੂਗਰ ਸਹੀ ਰਹੇਗੀ, ਤੁਹਾਡੀ ਹੈਲਥ ਉਮਰ ਲੰਮੀ ਹੋਏਗੀ, ਤੁਹਾਡਾ weight loss ਹੋ, ਜੋ ਵੀ ਮਤਲਬ ਜਸਟ ਐਜ਼ ਐਨ ਐਗਜ਼ਾਮਪਲ ਹੈ ਨਾ। ਜੀ, ਜੀ। ਹੁਣ ਉਹ ਸਮਝਾ ਕੇ ਨਾਲ ਪਿਆਵਾਂ ਜੀ, ਫਿਰ ਉਹ ਮੈਨੂੰ ਜਦੋਂ ਬਾਅਦ ਚ ਮੇਰੇ ਘਰ ਆਉਣਗੇ, ਉਹ ਅਗਲੀ ਵਾਰ ਮੇਰੇ ਤੋਂ ਗ੍ਰੀਨ ਟੀ ਆਪ ਮੰਗਣਗੇ। ਜੀ, ਜੀ, ਕਿਉਂਕਿ ਉਹਨਾਂ ਨੂੰ ਬੈਨੀਫਿਟ ਪਤਾ ਲੱਗ ਗਿਆ। ਜੀ, ਜੀ, ਜੀ। ਸੋ ਇੱਥੇ ਪ੍ਰੋਬਲਮ ਆ ਕਿ ਇੰਸ਼ੋਰੈਂਸ ਦੇ, ਮੈਂ ਕਹੂੰਗਾ ਕਿ ਇੰਡਸਟਰੀ ਦੇ ਵਿੱਚ ਪ੍ਰੋਬਲਮ ਰਹੀ ਆ ਜੀ ਕਿ ਕਈ ਇੰਸ਼ੋਰੈਂਸ ਏਜੰਟ ਨੇ ਉਹਨਾਂ ਨੇ ਸਿਰਫ ਤੇ ਸਿਰਫ ਸੈਲਿੰਗ ਨੂੰ ਫੋਕਸ ਰੱਖਿਆ, ਪ੍ਰਾਇੋਰਟੀ ਰੱਖੀ ਕਿ ਸਭ ਸਿਰਫ ਇੰਸ਼ੋਰੈਂਸ ਦੇਣੀ ਹੈ ਜੀ। ਅਸੀਂ ਨਹੀਂ ਦੇਖਣਾ ਵੀ ਕਲਾਇੰਟ ਦਾ ਕੀ ਫਾਇਦਾ, ਨਾ ਉਹਨੂੰ ਸਮਝਾਉਣਾ, ਅਸੀਂ ਇਹ ਦੇਖਣਾ ਕਿ ਸਾਡਾ ਕੀ ਫਾਇਦਾ। ਇਹ ਚੀਜ਼ ਮੈਂ ਜਿਵੇਂ ਸ਼ੁਰੂ 'ਚ ਗੱਲ ਕੀਤੀ ਕਿ ਜਦੋਂ ਮੈਂ ਕੈਨੇਡਾ ਆਇਆ, ਮੈਂ ਦੇਖਿਆ ਵੀ ਥੋੜਾ ਕਲਚਰ 'ਚ ਡਿਫਰੈਂਟ ਆ ਜੀ। ਤੇ ਅਸੀਂ ਇਹੀ ਕੋਸ਼ਿਸ਼ ਕੀਤੀ ਕਿ ਅਸੀਂ ਇਹ ਨਹੀਂ ਕਹਿਣਾ ਕਿ ਤੁਸੀਂ ਲਓ, ਅਸੀਂ ਉਹਦੇ ਬੈਨੀਫਿਟ ਦੱਸਣੇ ਆ। ਜਦੋਂ ਤੁਸੀਂ ਬੈਨੀਫਿਟ ਚੀਜ਼ ਦੇ ਸਹੀ ਦੱਸਤੇ ਤਾਂ ਆਪਣੇ ਆਪ ਲੈਣਗੇ। ਬਿਲਕੁਲ ਸੇਮ ਤੁਸੀਂ ਐਕਸਰਸਾਈਜ਼ ਦੀ ਗੱਲ ਕਰ ਲਓ। ਹੁਣ ਜੇ ਤੁਸੀਂ ਕਿਸੇ ਨੂੰ ਕਹੋ ਬੈਨੀਫਿਟ ਨਾ ਦੱਸੋ, ਤੁਸੀਂ ਸਿੱਧਾ ਕਹੋ ਵੀ ਸਵੇਰੇ ਤੂੰ ਜਿਮ ਜਾਣਾ, ਕੋਈ ਨਹੀਂ ਜਾਏਗਾ ਜੀ। ਪਰ ਜੋ ਤੁਸੀਂ ਬੰਦੇ ਨੂੰ ਮੋਟੀਵੇਟ ਕਰੋਗੇ ਇੰਟਰਨਲੀ ਕਿ ਜੇ ਤੂੰ ਜਿਮ ਜਾਏਗਾ ਤੇਰੀ ਉਮਰ ਲੰਮੀ ਹੋਏਗੀ, ਤੇਰੀ ਬੈਕ ਪੇਨ ਨਹੀਂ ਹੋਏਗੀ, ਤੇਰੇ ਗੋਡਿਆਂ 'ਚ ਦਰਦ ਨਹੀਂ ਹੋਏਗਾ, ਉਹ ਨਹੀਂ ਹੋਏਗਾ, ਉਹ ਬੰਦਾ ਆਪੇ ਜਿਮ ਤੇ ਮੋਟੀਵੇਟ ਹੋ ਕੇ ਸ਼ੁਰੂ ਕਰੇਗਾ। ਬਿਲਕੁਲ। ਸੋ ਇਸੇ ਤਰ੍ਹਾਂ ਦੀ ਇੰਸ਼ੋਰੈਂਸ ਚੀਜ਼ ਹੈ। ਬਿਲਕੁਲ ਕਿ ਜਦੋਂ ਅਸੀਂ ਕਿਸੇ ਨੂੰ ਸਮਝਾ ਦਿੰਨੇ ਆ, ਉਹਨੂੰ ਸਮਝ ਆ ਜਾਂਦੀ ਹੈ ਕਿ ਮੇਰੀ ਫੈਮਿਲੀ ਨੂੰ ਲੋੜ ਹੈ, ਜੇ ਕੋਈ ਪ੍ਰੋਬਲਮ ਆ ਗਈ ਮੇਰੀ ਫੈਮਿਲੀ ਇਸ ਪ੍ਰੋਬਲਮ 'ਚ ਹੋਏਗੀ ਤੇ ਇਸ ਪ੍ਰੋਬਲਮ 'ਚੋਂ ਮੇਰੀ ਇਹ ਇੰਸ਼ੋਰੈਂਸ ਕੱਢ ਦੇਗੀ ਬਾਹਰ ਜੀ, ਤਾਂ ਆਟੋਮੈਟਿਕਲੀ ਉਹ ਪਰਸਨ ਤੁਹਾਡੇ ਕੋਲੇ ਕਰਾਏਗਾ। ਐਬਸੋਲੂਟਲੀ। ਸੋ ਸਾਡਾ ਇਹ ਕੋਸ਼ਿਸ਼ ਆ ਕਿ ਅਵੇਅਰਨੈਸ, ਸੋ ਅਸੀਂ ਟਾਈਮ ਟੂ ਟਾਈਮ ਕੋਸ਼ਿਸ਼ ਕਰਦੇ ਹਾਂ ਕਿ ਕਮਿਊਨਿਟੀ ਲਈ ਕੁਛ ਨਾ ਕੁਛ, ਕਿਉਂਕਿ ਚਾਹੇ ਮੈਂ ਇੰਡੀਆ ਤੋਂ ਆਇਆ ਸੀ ਜਾਂ ਮੇਰੇ ਵਰਗੇ ਹੋਰ ਬਹੁਤ ਭੈਣ ਭਰਾ ਆਏ ਨੇ, ਆਪਾਂ ਨੂੰ ਇੰਡੀਆ ਦੇ ਵਿੱਚ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ। ਬਿਲਕੁਲ। ਈਵਨ ਕਾਮਨ ਸ਼ਬਦ ਆ ਜੀ ਮੌਰਗੇਜ, ਮੈਨੂੰ ਕੈਨੇਡਾ ਜਾ ਕੇ ਪਹਿਲੀ ਵਾਰੀ ਪਤਾ ਲੱਗਿਆ। ਇੰਡੀਆ 'ਚ ਨਾਰਮਲੀ ਹੋਮ ਲੋਨ ਕਹਿੰਦੇ ਆ। ਜੀ, ਜੀ। ਫਰਕ ਹੈ ਨਾ, ਆਪਾਂ ਹੋਮ ਲੋਨ ਉਹ ਵੀ ਬੜੇ ਥੋੜੇ ਸ਼ਹਿਰਾਂ 'ਚ ਲੋਕ ਲੈਂਦੇ ਨੇ। ਜੇ ਆਪਾਂ ਕਹਿ ਲਈਏ ਮੈਂ ਪੰਜਾਬ ਤੋਂ ਆ ਤਾਂ ਪਿੰਡੂ ਏਰੀਏ ਤਾਂ ਹੋਮ ਲੋਨ ਨਾ ਦੀ ਕੋਈ ਚੀਜ਼ ਹੀ ਨਹੀਂ ਹੈਗੀ। ਸੋ ਸਾਨੂੰ ਆਮ ਬੰਦੇ ਨੂੰ ਕਿੱਥੋਂ ਪਤਾ ਹੋਏਗਾ? ਫਿਰ RESP RRSP ਬੜੇ ਡਿਫਰੈਂਟ ਨਾਮ ਨੇ। ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਅਵੇਅਰ ਕਰੀਏ। ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਲਈ ਇਹ ਚੀਜ਼ ਕੰਮ ਦੀ ਹੈ, ਸਾਡਾ ਕੰਮ ਆ ਕਿ ਅਸੀਂ ਉਹਨਾਂ ਨੂੰ ਦੱਸਣਾ ਕਿ ਇਹ ਚੀਜ਼ ਇਦਾਂ ਕੰਮ ਕਰਦੀ ਹੈ। ਜੇ ਉਹਨਾਂ ਨੂੰ ਲੱਗਦਾ ਉਹਨਾਂ ਦੇ ਕੰਮ ਦੀ ਆ, ਡੈਫੀਨੇਟਲੀ ਉਹ ਲੈਣਗੇ। ਬਿਲਕੁਲ, ਹੈ ਨਾ। ਬਿਲਕੁਲ। ਤਾਂ ਇਹੀ ਸਾਡੇ ਨਾਲ ਮਤਲਬ ਕਹਿ ਲਈਏ ਕਿ ਸਾਡੀ ਟੀਮ ਦੀ ਸਾਰੀ ਦਾ ਜੋ ਵੀ ਸਾਨੂੰ ਕਮਿਊਨਿਟੀ ਤੋਂ ਸਹਿਯੋਗ ਮਿਲਿਆ, ਜੋ ਵੀ ਅੱਜ ਤੱਕ ਅਸੀਂ ਇੱਥੇ ਪਹੁੰਚੇ ਆ, ਉਹਦਾ ਮੇਨ ਲੌਜਿਕ ਇਹੀ ਆ ਕਿ ਅਸੀਂ ਕਮਿਊਨਿਟੀ ਨੂੰ ਦੱਸਦੇ ਆ। ਐਬਸੋਲੂਟ। ਸੋ ਹੁਣ ਅਸੀਂ ਦੂਸਰੀ ਗੱਲ ਹੁੰਦੀ ਹੈ ਕਿ ਜੇ ਆਪਾਂ ਸੋਸਾਇਟੀ ਦੇ ਵਿੱਚ ਵਿਚਰਦੇ ਆ ਤਾਂ ਮੇਰਾ ਇਹ ਹੁੰਦਾ ਕਿ ਵੀ ਸ਼ੁੱਡ ਕੰਟਰੀਬਿਊਟ ਬੈਕ ਟੂ ਕਮਿਊਨਿਟੀ ਫਰਮ ਯੋਰ ਸਾਈਡ। ਐਬਸੋਲੂਟ। ਕਿਉਂਕਿ ਸਾਨੂੰ ਸੋਸਾਇਟੀ ਨੇ, ਕਮਿਊਨਿਟੀ ਨੇ ਇੰਨਾ ਕੁਝ ਦਿੱਤਾ ਜੀ। ਬਿਲਕੁਲ। ਜੋ ਵੀ ਅੱਜ ਆਪਾਂ ਕਹਿ ਲਈਏ ਅਸੀਂ ਕੰਮ ਕਰਦੇ ਆ, ਮਤਲਬ ਕਿ ਜੋ ਵੀ ਕਲਾਇੰਟ ਨੇ ਸਾਰੇ ਸਾਡੀ ਸੋਸਾਇਟੀ ਤੋਂ ਆਉਂਦੇ ਨੇ। ਜੇ ਉਹ ਕਲਾਇੰਟ ਨੇ ਤਾਂ ਅਸੀਂ ਹੈਗੇ ਆ। ਬਿਲਕੁਲ, ਬਿਲਕੁਲ, ਹੈ ਨਾ। ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੁਛ ਨਾ ਕੁਛ, ਕੋਈ ਤਿਉਹਾਰ ਆਉਂਦੇ ਨੇ ਉਹਨਾਂ ਤੇ ਖੁਸ਼ੀਆਂ ਵੰਡੀਏ ਜੀ। ਤਾਂ ਆਪਣੀ ਪੰਜਾਬੀ ਕਹਿ ਲਈਏ ਨਾਰਥ ਇੰਡੀਆ ਦਾ ਬੜਾ ਫੇਮਸ ਤਿਉਹਾਰ ਆ ਲੋਹੜੀ ਜੀ। ਬਿਲਕੁਲ। ਜਿਸ ਦੇ ਵਿੱਚ ਆਪਾਂ ਪਰਿਵਾਰ ਦੇ ਵਿੱਚ ਨਵੇਂ ਜੀ ਦੀ ਖੁਸ਼ੀ ਦੇ ਵਿੱਚ ਲੋਹੜੀ ਮਨਾਉਂਦੇ ਆ। ਐਬਸੋਲੂਟਲੀ। ਸੋ ਪੁਰਾਣਾ ਥੋੜਾ ਜਿਹਾ ਕਲਚਰ ਸੀਗਾ ਕਿ ਆਪਾਂ ਬੇਟੇ ਤੇ ਲੋਹੜੀ ਮਨਾਉਂਦੇ ਹੁੰਦੇ ਸੀਗੇ ਜਾਂ ਨਿਊਲੀ ਵੈਡ ਦੀ ਲੋਹੜੀ ਹੁੰਦੀ ਸੀਗੀ, ਮਤਲਬ ਇਹ ਕਾਮਨਲੀ ਹੁੰਦਾ ਸੀਗਾ। ਪਰ ਹੁਣ ਥੋੜਾ ਕਲਚਰ ਸ਼ਿਫਟ ਆ ਰਿਹਾ, ਆਪਾਂ ਬੇਟੀਆਂ ਦੀ ਵੀ ਲੋਹੜੀ ਮਨਾਉਂਦੇ। ਬਿਲਕੁਲ, ਬਿਲਕੁਲ। ਬਹੁਤ ਹੀ ਚੰਗੀ ਗੱਲ ਹੈ। ਐਬਸੋਲੂਟਲੀ। ਮਤਲਬ ਮੈਂ ਕਹੂੰਗਾ ਕਿ ਬਹੁਤ ਖੁਸ਼ੀ, ਵਧੀਆ ਸੋਚ ਹੈ। ਬਿਲਕੁਲ, ਬਹੁਤ ਵਧੀਆ ਸੋਚ ਹੈ ਸਾਡੀ ਕਮਿਊਨਿਟੀ ਦੀ ਕਿ ਉਹਨਾਂ ਨੇ ਆਪਣੇ ਕਲਚਰ ਨੂੰ ਮੋਡੀਫਾਈ ਕਰ ਲਿਆ ਜੀ। ਕਿ ਕੋਈ ਵੀ ਬੱਚਾ ਦੁਨੀਆ ਤੇ ਆਇਆ, ਉਹਦੀ ਖੁਸ਼ੀ ਮਨਾਓ ਜੀ। ਹੁਣ ਜੇ ਆਪਾਂ ਕਹਿ ਲਈਏ ਕਿੰਨੇ ਮਤਲਬ ਕਿ ਕੁੜੀਆਂ ਕਿੰਨੀਆਂ ਵਧੀਆ ਡਾਕਟਰ ਨੇ, ਸਾਇੰਟਿਸਟ ਨੇ। ਕਲਪਨਾ ਚਾਵਲਾ ਆਪਾਂ ਕਾਮਨ ਨੇਮ ਹੈ ਭਾਜੀ। ਇਹ ਹੁਣ ਇੱਕ ਕਨਸੈਪਟ ਪੁਰਾਣਾ ਹੋ ਗਿਆ ਕਿ ਕੁੜੀਆਂ ਤੇ ਮੁੰਡੇ 'ਚ ਕੋਈ ਫਰਕ ਰਹਿ ਗਿਆ। ਅੱਜ ਕੱਲ ਕੁੜੀਆਂ ਬਲਕਿ ਜ਼ਿਆਦਾ ਅੱਗੇ ਵੱਧ ਕੇ ਸ਼ੋਅ ਕਰ ਰਹੀਆਂ ਨੇ ਕਿ ਉਹ ਜ਼ਿਆਦਾ ਕੈਪੇਬਲ ਹੈਗੀਆਂ। ਬਿਲਕੁਲ, ਹਾਂਜੀ। ਕਿਉਂਕਿ ਉਹਨਾਂ ਨੂੰ ਮੌਕਾ ਮਿਲ, ਪਹਿਲਾਂ ਮੌਕਾ ਨਹੀਂ ਮਿਲਦਾ ਸੀਗਾ, ਮੌਕਾ ਨਹੀਂ ਸੀ ਮਿਲ ਰਿਹਾ। ਹੁਣ ਉਹ ਟੈਲੈਂਟ ਅੰਦਰ ਹੀ ਰਹਿ ਜਾਂਦਾ ਸੀਗਾ। ਹੁਣ ਆਪਣੀ ਮਤਲਬ ਕਿ ਕਹਿ ਲਈਏ ਵੀ ਕਮਿਊਨਿਟੀ, ਮੈਂ ਦੇਖਦਾ ਕਿ ਨਾਰਮਲੀ ਅਸੀਂ ਲਾਈਫ ਇੰਸ਼ੋਰੈਂਸ ਕਰਦੇ ਆ ਜੀ। ਜੇ ਕਿਸੇ ਦੇ ਇੱਕ ਬੇਟਾ ਇੱਕ ਬੇਟੀ ਆ,
ਉਹਨਾਂ ਨੇ ਦੋਨਾਂ ਨੂੰ ਇਕੁਅਲ ਸ਼ੇਅਰ ਦੇਣਾ। ਐਬਸੋਲੂਟ ਵੈਰੀ ਰੇਅਰ ਕਦੇ ਦੇਖੀਏ ਕਿ ਕੋਈ ਪੇਰੈਂਟਸ ਕਹਿਣ ਕਿ ਮੁੰਡੇ ਨੂੰ ਜ਼ਿਆਦਾ ਦਿਓ ਜਾਂ ਕੁੜੀ ਨੂੰ ਜ਼ਿਆਦਾ ਘੱਟ ਦੇ ਦਿਓ। ਦਿਓ। ਜੀ ਜੀ ਚਲੋ ਉਹ ਕਿਸੇ ਦੇ ਪਰਸਨਲ ਸਰਕਮਸਟੈਂਸਸ ਡਿਫਰੈਂਟ ਹੋ ਸਕਦੇ ਆ, ਨੋਟ ਟੂ ਪੁਆਇੰਟ, ਬਟ ਮੋਸਟ ਆਫ ਦੀ ਪੇਰੈਂਟਸ ਕਦੇ ਮੈਂ ਦੇਖਿਆ ਨਹੀਂ ਕਿ ਉਹ ਬੇਟੇ ਬੇਟੀ ਦੇ ਵਿੱਚ ਇਦਾਂ ਕੋਈ ਫਰਕ ਕਰਦੇ ਨੇ, ਕਿਉਂਕਿ ਇਹ ਚੇਂਜ ਹੋ ਗਿਆ ਜੀ। ਤੇ ਉਹੀ ਚੀਜ਼ ਅਸੀਂ ਆ ਕਿ ਸਾਡੀ ਕੋਸ਼ਿਸ਼ ਆ ਪੰਜਾਬ ਇੰਸ਼ੋਰੈਂਸ ਤੇ ਅਸੀਂ ਖੁਸ਼ੀਆਂ ਵੰਡੀਏ ਤੇ ਸਾਰੀ ਜਿਹੜੀ ਵੀ ਫੈਮਲੀਜ਼ ਨੇ ਉਹ ਲੋਹੜੀ ਮਨਾ ਰਹੇ ਨੇ, ਉਹਨਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਆਉਣ ਵਾਲੀ ਲੋਹੜੀ ਦੀਆਂ ਵਧਾਈਆਂ। ਨਾਲ ਦੀ ਨਾਲ ਅਸੀਂ ਕੰਟੈਸਟ ਰੱਖਿਆ ਕਿ ਤੁਸੀਂ ਆਪਣੇ ਛੋਟੇ ਬੱਚੇ ਨਿਊ ਬੋਰਨ ਤੋਂ ਲੈ ਕੇ 25 ਸਾਲ ਤੱਕ ਦੀ ਏਜ ਦੇ ਸਾਡੇ ਰਜਿਸਟਰ ਕਰ ਸਕਦੇ ਨੇ ਸਾਡੇ ਨਾਲ ਸਾਡੀ ਵੈਬਸਾਈਟ ਤੇ, ਜਾਂ ਮੈਨੂੰ ਕਾਲ ਕਰਕੇ 4034043500 ਠੀਕ ਹੈ ਜੀ ਤੇ ਕਾਲ ਕਰਕੇ, ਜਾਂ ਐਕਸਪੈਕਟੈਂਟ ਮਦਰਸ ਵੀ ਆਪਣਾ ਨਾਮ ਕੰਟੈਸਟ ਦੇ ਵਿੱਚ ਰਜਿਸਟਰ ਕਰ ਸਕਦੇ ਨੇ ਜੀ। ਤਾਂ ਅਸੀਂ ਪੰਜਾਬ ਇੰਸ਼ੋਰੈਂਸ ਵੱਲੋਂ ਲੋਹੜੀ ਡਰਾਅ ਜਨਵਰੀ 14 2022 ਦੇ ਵਿੱਚ ਆਉਣ ਵਾਲੀ ਲੋਹੜੀ ਤੋਂ ਅਗਲੇ ਦਿਨ ਅਸੀਂ ਇਹ ਡਰਾਅ ਕੱਢਾਂਗੇ, ਜਿਸ ਦੇ ਵਿੱਚ ਲੱਕੀ ਵਿਨਰ ਨੂੰ $5000 ਦਿੱਤੇ ਜਾਣਗੇ। $5000? ਹਾਂਜੀ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ। ਤੇ ਪਲੱਸ ਜਿਹੜੇ ਐਕਸਪੈਕਟੈਂਟ ਮਦਰਸ ਨੇ ਜਾਂ ਨਿਊਲੀ ਬੋਰਨ ਪਹਿਲੀ ਲੋਹੜੀ ਮਨਾ ਰਹੇ ਨੇ, ਉਹਨਾਂ ਸਾਰਿਆਂ ਨੂੰ ਗਾਰੰਟੀਡ ਕੋਈ ਗਿਫਟ ਦਿੱਤਾ ਜਾਏਗਾ ਪੰਜਾਬ ਇੰਸ਼ੋਰੈਂਸ ਦੀ ਟੀਮ ਵੱਲੋਂ। ਕੀ ਬਾਤ ਹੈ। ਤੇ ਪਲੱਸ ਜਿਹੜੇ ਮਤਲਬ ਜਿੰਨਾ ਵੀ ਨਾਮ ਐਂਟਰ ਹੋਣਗੇ ਸਾਰੇ, ਉਹਨਾਂ ਦੇ ਵਿੱਚੋਂ ਅਸੀਂ ਲੱਕੀ ਵਿਨਰ ਚੂਜ਼ ਕਰਾਂਗੇ, ਉਹਨਾਂ ਨੂੰ $5000 ਅਸੀਂ ਗਿਫਟ ਉਹਨਾਂ ਨੂੰ ਦੇਵਾਂਗੇ। ਤੇ ਇਹ ਸਪੈਸ਼ਲੀ RESP ਦੇ ਪ੍ਰੋਡਕਟ ਤੇ ਹੈਗਾ? ਨਹੀਂ, ਇਹਦੇ ਲਈ ਕੋਈ ਪਰਚੇਜ਼ ਨੈਸੈਸਰੀ ਨਹੀਂ, ਕੁਝ ਸਾਡੇ ਤੋਂ ਬਾਏ ਨਹੀਂ ਕਰਨਾ। ਠੀਕ ਹੈ। ਜ਼ਰੂਰੀ ਨਹੀਂ ਕਿ ਤੁਸੀਂ ਸਾਡੇ ਕਲਾਇੰਟ ਹੋਵੋ ਜਾਂ ਕਿ ਇਟਸ ਓਪਨ ਫॉर ਕਮਿਊਨਿਟੀ। ਅੱਛਾ। ਸਿਰਫ ਤੁਸੀਂ ਰਜਿਸਟਰ ਕਰਨਾ। ਕੀ ਬਾਤ ਹੈ। ਕੁਝ ਬਾਏ ਕਰਨਾ ਕੋਈ ਕੰਡੀਸ਼ਨ ਨਹੀਂ ਜੀ। ਹਾਂ, ਤੁਸੀਂ ਐਡੀਸ਼ਨਲ ਤੁਸੀਂ ਸਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕਿਸੇ ਪ੍ਰੋਡਕਟ ਬਾਰੇ ਮਤਲਬ ਜਾਣਕਾਰੀ ਦੇਣ ਲਈ ਅਸੀਂ ਆਲਵੇਜ਼ ਅਵੇਲੇਬਲ ਹਾਂ ਜੀ। ਬਟ ਇਹ ਕੰਟੈਸਟ ਜਸਟ ਆਪਣੀ ਕਮਿਊਨਿਟੀ ਲਈ ਖੁਸ਼ੀਆਂ ਵੰਡਣ ਲਈ ਹੈ। ਕੀ ਬਾਤ ਹੈ ਭਾਜੀ, ਇੱਕ ਵਾਰ ਫੋਨ ਨੰਬਰ ਦੁਬਾਰਾ ਦੱਸੋ ਪਲੀਜ਼। ਹਾਂਜੀ, ਮੇਰਾ ਫੋਨ ਨੰਬਰ ਹੈ 403 404 3500 403 404 3500। आपने अभी सुना हरपिंदर सिद्धू जी को जिन्होंने कहा लोहड़ी कॉन्टेस्ट आ रहा है 2022, और उनका मेन मकसद अगेन कुछ आपको बेचना नहीं है बल्कि अवेयर करना है। यही सोच है जिसकी वजह से आज हरपिंदर सिद्धू जी जाने जाते हैं। वी डोंट वांट टू सेल यू समथिंग बट वी वांट टू मेक यू अवेयर दैट what can be beneficial for you, how can you make your future secured। ये इनकी एक सोच है जो हमें आगे लेकर बहुत अब हमारे लिए आगे के लिए फ्यूचर के लिए बहुत फ़ायदेमंद है, और इस सोच के अंडर ही ये एक अमेजिंग कॉन्टेस्ट लेके आए हैं। तो प्लीज़ आप पार्टिसिपेट करें, और ये नहीं कि 5000 एक बहुत बड़ा अमाउंट है जो आप बहुत यूज़ कर सकते हैं इस डिफ़िकल्ट टाइम्स में अपने बच्चों के लिए या अपनी फैमिली के लिए। और अगेन प्लीज़ सोचें और अपनी जो इनकम है उसको सही तरह किसी भी सेविंग प्लान में लगाएं। ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਆਉਣ ਵਾਲੇ ਟਾਈਮ 'ਚ ਆਪਾਂ ਫੇਰ ਬੈਠਾਂਗੇ ਤੇ ਜਿਵੇਂ ਆਪਾਂ ਨੇ ਗੱਲ ਕੀਤੀ ਸੀ ਕਿ ਹੋਰ ਜਿਹੜੇ ਪ੍ਰੋਡਕਟਸ ਹੈਗੇ ਨੇ ਸਪੈਸ਼ਲੀ ਲੋਕਾਂ ਨੂੰ ਲੈ ਕੇ ਅੱਜ ਕੱਲ੍ਹ ਪ੍ਰੋਬਲਮ ਚੱਲ ਰਹੀ ਹੈਗੀ ਆ ਕੋਵਿਡ ਦੀ ਇੰਸ਼ੋਰੈਂਸ ਜਾਂ ਟਰੈਵਲਿੰਗ ਇੰਸ਼ੋਰੈਂਸ, ਉਹਦੇ ਬਾਰੇ ਆਪਾਂ ਗੱਲਬਾਤ ਕਰਕੇ ਥੋੜਾ ਜਿਹਾ ਅਵੇਅਰ ਕਰਾਵਾਂਗੇ ਲੋਕਾਂ ਨੂੰ। ਥੈਂਕ ਯੂ ਸੋ ਮਚ ਫॉर योर ਟਾਈਮ। ਬਿਫੋਰ ਵੀ ਐਂਡ ਟੂਡੇਜ਼ ਪ੍ਰੋਗਰਾਮ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਸਭ ਤੋਂ ਪਹਿਲਾਂ ਤਾਂ ਥੈਂਕ ਯੂ ਤੁਹਾਡਾ ਤੇ ਪੰਜਾਬੀ ਨੈਸ਼ਨਲ ਦੀ ਟੀਮ ਦਾ ਸਾਰੀ ਦਾ ਬਹੁਤ ਬਹੁਤ ਧੰਨਵਾਦ, ਐਂਡ ਸਾਰੇ ਵਿਊਅਰਸ ਦਾ ਜਿਨ੍ਹਾਂ ਨੇ ਆਪਣਾ ਟਾਈਮ ਦਿੱਤਾ, ਪਲੱਸ ਸਾਰੀ ਕਮਿਊਨਿਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਹੈਪੀ ਦੀਵਾਲੀ ਕਮਿੰਗ ਦਿਸ ਵੀਕ। ਤੁਹਾਨੂੰ ਵੀ ਭਾਜੀ ਤੇ ਸਾਰਿਆਂ ਨੂੰ ਹੈਪੀ ਦੀਵਾਲੀ, ਤੇ ਆਪਾਂ ਆਸ ਕਰਦੇ ਹਾਂ ਕਿ ਸਾਰਿਆਂ ਲਈ ਖੁਸ਼ੀਆਂ ਦਾ ਟਾਈਮ ਆਵੇ। ਇਟਸ ਏ ਫੈਸਟੀਵਲ ਸੀਜ਼ਨ ਆਪਾਂ ਕਹਿ ਦਿੰਦੇ ਹਾਂ, ਦੀਵਾਲੀ, ਉਸ ਤੋਂ ਬਾਅਦ 'ਚ ਆਪਣੇ ਕ੍ਰਿਸਮਸ ਆ ਜਾਣਾ, ਫਿਰ ਆਪਣੀ ਲੋਹੜੀ ਆ ਜਾਣੀ ਹੈ ਜੀ, ਤੇ ਛੁੱਟੀਆਂ ਆ ਜਾਣੀਆਂ ਨਵੇਂ ਸਾਲ ਦੀਆਂ ਜੀ। तो सारे ਨੂੰ ਆਪਾਂ ਕਹਾਂਗੇ ਕਿ ਹੈਲਦੀ, ਥੋੜੇ ਜਿਹੇ ਵੈਲਦੀ ਜ਼ਰੂਰ ਰਹੋ ਤੇ ਖੁਸ਼ੀਆਂ ਮਾਣੋ। एंड थैंक यू फॉर सपोर्टिंग अस। थैंक यू पाजी। आप देख रहे हैं प्रोग्राम कैलगरी फोकस ओनली ऑन पंजाबी नेशनल टीवी। मिलते हैं अगले वीक। खुश रहें, मस्त रहें, और अगेन हमारी सबकी तरफ से आपको दिवाली की बहुत बहुत शुभकामनाएं। थैंक यू।